ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਚੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਵਖਿਆਨ। ਜਿਹਾ ਤੂੰ ਕਰਾਹੇ ਤਿਹਾ ਹੋਂ ਕਰੀ ਵਖਿਆਨ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਦੂਜਾ। ਜਿਨੀ ਚੱਲਣ ਜਾਣਿਆ ਸੇ ਕਿਉ ਕਰੈ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨੇ ਹਾਰ। ਜਿਨੀ ਚੱਲਣ ਜਾਣਿਆ ਸੇ ਕਿਉ ਕਰੈ ਵਿਥਾਰ, ਚੱਲਣ ਸਾਰ ਨਾ ਜਾਣੀ ਕਾਜ ਸਵਾਰਨੇ ਹਾਰ। ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ, ਨਾਨਕ ਨਾਲ ਨ ਚੱਲਈ ਫਿਰ ਪਛਤਾਵਾ ਹੋਏ। ਮਹੱਲਾ ਦੂਜਾ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ। ਮਹੱਲਾ ਦੂਜਾ। ਮਨ ਹਠ ਤਰਫ ਨਾ ਜੇ ਪਈ, ਜੇ ਬਹੁਤਾ ਖਾਲੇ ਤਰਫ ਜਿਣੈ ਸਤ ਭਾਉ ਦੇ। ਜਨ ਨਾਨਕ ਸ਼ਬਦ ਵਿਚਾਰੇ ਪੌੜੀ, ਕਰਤੈ ਕਾਰਣ ਜਿਨ ਕੀਆ ਸੋ ਜਾਣੈ ਸੋਈ। ਆਪੇ ਸ੍ਰਿਸ਼ਟ ਉਪਾਈਨ, ਆਪੇ ਫੁਨ ਗੋਈ। ਜੁਗ ਚਾਰੇ ਸਭ ਭਵ ਥਕੀ, ਕਿਨ ਕੀਮਤ ਹੋਈ। ਸਤਿਗੁਰ ਏਕ ਵਿਖਾਲਿਆ, ਮਨ ਤਨ ਸੁਖ ਹੋਈ। ਗੁਰਮੁਖ ਸਦਾ ਸਲਾਹੀਐ, ਕਰਤਾ ਕਰੇ ਸੋ ਹੋਈ। ਸਤਿਗੁਰ ਏਕ ਵਿਖਾਲਿਆ, ਮਨ ਤਨ ਸੁਖ ਹੋਈ। ਗੁਰਮੁਖ ਸਦਾ ਸਲਾਹੀਐ, ਕਰਤਾ ਕਰੇ ਸੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗਰੀਬ ਨਿਵਾਜ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਗੁਰਗੋਦ ਵਿੱਚ ਹਫ਼ਤਾਵਾਰੀ ਦੀਵਾਨ ਗਦਰੀ ਬਾਬਿਆਂ ਦੇ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਗੁਰੂ ਚਰਨਾਂ ਦੇ ਵਿੱਚ ਸਜ ਬੈਠੇ ਹਾਂ, ਜੋ ਆਪ ਜੀ ਨੇ ਹੁਣੇ ਪਾਵਨ ਸ਼ਬਦ ਸ਼੍ਰੀ ਮੁੱਖ ਵਾਕ ਰੂਪ ਦੇ ਵਿੱਚ ਸ਼ਰਵਣ ਕੀਤਾ ਹੈ। ਇਹ ਅੰਮ੍ਰਿਤ ਵੇਲੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਰੂਪ ਦੇ ਵਿੱਚ ਹਰ ਇੱਕ ਮਾਨਵਤਾ ਮਨੁੱਖਤਾ ਨੂੰ, ਜੋ ਗੁਰੂ ਚਰਨਾਂ ਵਿੱਚ ਆਉਣ ਤੇ ਸੁਣਨ ਵਾਲੇ ਨੇ, ਮੇਰੇ ਸਤਿਗੁਰਾਂ ਨੇ ਉਪਦੇਸ਼ ਸੰਦੇਸ਼ ਬਖਸ਼ਿਸ਼ ਕੀਤਾ ਹੈ। ਸਾਰੇ ਸ਼ਬਦ ਦੇ ਜੇ ਮੋਟੇ ਜੇ ਸਾਰੰਸ ਨੂੰ ਆਪਾਂ ਵਾਚੀਏ ਤੇ ਗੁਰੂ ਪਿਤਾ ਜੀ ਨੇ ਇਹਦੇ ਵਿੱਚ ਉਹਨਾਂ ਬੰਦਿਆਂ ਦਾ, ਉਹਨਾਂ ਗੱਲਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਇਨਸਾਨ
ਇਹ ਸੰਸਾਰ ਦੇ ਵਿੱਚ ਆਉਂਦੇ ਨੇ ਉਹ ਦੁਨਿਆਵੀ ਤੌਰ ਤੇ ਇੰਨਾ ਕੁ ਖਲਾਰਾ ਪਾ ਲੈਂਦੇ ਨੇ ਕਿ ਮਾਲਕ ਵਾਹਿਗੁਰੂ ਨੂੰ ਬੰਦਿਆ ਤੂੰ ਭੁੱਲ ਜਾਣਾ ਹੈ ਤੇ ਇਸ ਦੁਨੀਆ ਤੋਂ ਤੂੰ ਚਲੇ ਜਾਣਾ ਹੈ ਤੇ ਇਹਦੇ ਬਾਰੇ ਤੈਨੂੰ ਉੱਕਾ ਹੀ ਖਿਆਲ ਨਹੀਂ ਰਹਿੰਦਾ। ਤੋ ਸਤਿਗੁਰੂ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਪਾਵਨ ਸ਼ਲੋਕ ਆਪਾਂ ਨੇ ਸ਼ਰਵਣ ਕੀਤਾ। ਆਓ ਸਤਿਗੁਰੂ ਜੀ ਕਿਰਪਾ ਕਰਨ ਨਾਲੋਂ ਨਾਲ ਪਾਵਨ ਸ਼ਬਦ ਦੀ ਵਿਚਾਰ, ਕੁਝ ਕੁ ਇਤਿਹਾਸਕ ਵਿਚਾਰਾਂ ਨੂੰ ਆਪਾਂ ਨਾਲ ਲੈ ਕੇ ਚੱਲਾਂਗੇ। ਸਾਰੀ ਸੰਗਤ ਪਿਆਰ ਅਦਬ ਸਤਿਕਾਰ ਸਹਿਤ ਆਪਣੀ ਹਾਜ਼ਰੀ ਦਾ ਸਬੂਤ ਬਖਸ਼ੋ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਦੂਜਾ। ਜਿਨੀ ਚੱਲਣ ਜਾਣਿਆ ਸੇ ਕਿਉ ਕਰਹਿ ਵਿਥਾਰ। ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨੇ ਹਾਰ। ਸਤਿਗੁਰੂ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜੋ ਕਿ ਕਿਸੇ ਸਮੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰ ਵਿੱਚ ਇਹ ਭਾਈ ਲਹਿਣਾ ਜੀ ਦੇ ਰੂਪ ਵਿੱਚ ਆਉਂਦੇ ਨੇ। ਜਦੋਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਲਹਿਣਾ ਦੇ ਰੂਪ ਦੇ ਵਿੱਚ ਨੇ, ਜਦੋਂ ਭਾਈ ਲਹਿਣਾ ਸੀ ਉਦੋਂ ਭਾਈ ਲਹਿਣੇ ਦੇ ਨਾਲ ਸਾਡਾ ਕੋਈ ਵਾਸਤਾ ਨਹੀਂ ਸੀ। ਭਾਈ ਲਹਿਣੇ ਦੇ ਨਾਲ ਸਾਡਾ ਵਾਸਤਾ, ਭਾਈ ਲਹਿਣੇ ਦੇ ਨਾਲ ਸਾਡਾ ਸੰਬੰਧ ਉਦੋਂ ਜੁੜਿਆ ਜਦੋਂ ਭਾਈ ਲਹਿਣਾ ਜੀ ਨੇ ਇਹ ਬੋਲਾਂ ਨੂੰ ਆਪਣੇ ਜੀਵਨ ਵਿੱਚ ਕਮਾਇਆ ਕਿ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਸੇਵਾ ਕਰਦਿਆਂ ਕਰਦਿਆਂ ਜਿਨੇ ਆਪਣਾ ਆਪ ਗਵਾਇਆ ਤੋਂ ਭਾਵ ਹੈ ਕਿ ਹੰਕਾਰ ਨਹੀਂ ਕੀਤਾ, ਆਪਣੀ ਆਪਣਤ ਨੂੰ ਬਿਲਕੁਲ ਵੀ ਦੁਨੀਆ ਦੇ ਵਿੱਚ ਪ੍ਰਗਟ ਨਹੀਂ ਕੀਤਾ। ਤੇ ਜੇ ਉਹਨਾਂ ਨੇ ਪਹਿਲਾਂ ਇਹ ਕੰਮ ਕਰਿਆ, ਉਸ ਤੋਂ ਬਾਅਦ ਫਿਰ ਉਹਨਾਂ ਨੇ ਬਾਣੀ ਦੇ ਵਿੱਚ ਇਹ ਸ਼ਬਦ ਉਚਾਰਨ ਕੀਤੇ। ਆਸਾ ਜੀ ਦੀ ਵਾਰ ਤੁਸੀਂ ਪੜ੍ਹਦੇ ਹੋ, ਉਹਦੇ ਵਿੱਚ ਸ਼ਲੋਕ ਤੋਂ ਉਪਰੰਤ ਇਹ ਮਹੱਲਾ ਦੂਜਾ ਆਉਂਦਾ ਤੇ ਸਤਿਗੁਰੂ ਕਹਿੰਦੇ ਆਪ ਗਵਾਏ। ਕੋਈ ਆਖੇ ਕਿ ਸਤਿਗੁਰੂ ਜੀ ਤੁਸੀਂ ਇਹ ਆਪ ਗਵਾਉਣ ਦੀ ਗੱਲ ਕਰਦੇ ਪਏ ਹੋ ਕਿ ਤੁਸੀਂ ਕੋਈ ਪ੍ਰੈਕਟੀਕਲ ਦੱਸ ਸਕਦੇ ਹੋ? ਤੇ ਉਹਨਾਂ ਦੇ ਇਤਿਹਾਸ ਤੋਂ ਹੀ ਪਤਾ ਲੱਗਦਾ ਹੈ ਸ੍ਰੀ ਚੰਦ ਲਖਮੀ ਦਾਸ ਨੇ, ਉਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਹੁਕਮ ਬਚਨ ਨਹੀਂ ਮੰਨਦੇ। ਉਹ ਇਸ ਗੱਲ ਦਾ ਮਾਣ ਕਰਦੇ ਨੇ ਸਾਡਾ ਬਾਪੂ ਹੈ, ਗੁਰੂ ਹੈ। ਉਹ ਇਸ ਗੱਲ ਦੀ ਉਹਨਾਂ ਦੇ ਅੰਦਰ ਹੰਕਾਰ ਦੀ ਚਿਣਕ ਹੈ ਕਿ ਅਸੀਂ ਗੁਰੂ ਪੁੱਤਰ ਹਾਂ। ਜਾਤ ਗੋਤ ਦਾ ਵੀ ਹੰਕਾਰ ਹੋ ਜਾਂਦਾ ਹੈ। ਕਈ ਸੱਜਣ ਵੇਖੋ, ਜਾਤ ਗੋਤ ਚਲੋ ਪਹਿਚਾਣ ਦੇ ਲਈ ਤਾਂ ਠੀਕ ਹੈ ਕਿ ਵੀ ਫਲਾਨਾ ਬੰਦਾ ਕੋਈ ਗਿੱਲ ਹੈ, ਕੋਈ ਬਰਾੜ ਹੈ, ਕੋਈ ਸੰਧੂ ਹੈ, ਇਹ ਤਾਂ ਚਲੋ ਵੱਖਰੀ ਗੱਲ ਹੈ ਕਿ ਪਹਿਚਾਣ ਦੇ ਲਈ ਤਾਂ ਠੀਕ ਹੈ। ਪਰ ਜੇ ਅਰਦਾਸ ਵਿੱਚ ਮੇਰੇ ਵਰਗਾ ਨਾਮ ਜਾਤ ਗੋਤ ਲੈਣਾ ਭੁੱਲ ਜੇ ਤੇ ਕਈ ਦਫਾ ਲੋਕ ਗੱਲ ਪੈਣ ਤੱਕ ਵੀ ਆਉਂਦੇ ਨੇ। ਤੇ ਮੈਂ ਸੋਚਦਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੇਖੋ ਤੁਹਾਡੀ ਬਾਣੀ ਵਿੱਚ ਹੀ ਲਿਖਿਆ, ਤੁਹਾਡੇ ਅੱਗੇ ਹੀ ਇਹ ਲੋਕ ਅਰਦਾਸ ਕਰ ਰਹੇ ਨੇ, ਕਰਵਾ ਰਹੇ ਨੇ। ਤੁਸੀਂ ਕਹਿੰਦੇ ਜੇ ਕਿ ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਪਰ ਇਹ ਜ਼ਬਰਦਸਤੀ ਕਹਿੰਦੇ ਨੇ ਜੀ ਇਹ ਐਦਾਂ ਤੁਸੀਂ ਬੋਲਣਾ ਹੈ। ਵੇਖੋ ਮੈਂ ਬੋਲਣ ਤੋਂ ਨਹੀਂ ਇਨਕਾਰ ਕਰਦਾ, ਜੋ ਮਰਜ਼ੀ ਬੁਲਾ ਲਓ, ਪਰ ਜਿਹੜਾ ਸਿਧਾਂਤ ਹੈ ਉਹਨੂੰ ਵੀ ਤੇ ਛੁਪਾਇਆ ਨਹੀਂ ਨਾ ਜਾ ਸਕਦਾ। ਕੱਲ ਨੂੰ ਆਪਾਂ ਕਿਸੇ ਨੂੰ ਇਹ ਗੱਲ ਕਹੀਏ, ਉਹ ਕਵੇ ਗਿਆਨੀ ਜੀ ਜਦੋਂ ਤੁਸੀਂ ਦੱਸਿਆ ਹੀ ਨਹੀਂ, ਅਸੀਂ ਤੇ ਫਿਰ ਬੁਲਾਉਣਾ ਹੀ ਹੋਇਆ। ਹੁਣ ਤੁਸੀਂ ਬੁਲਾਉਣਾ ਨਹੀਂ ਬੁਲਾਉਣਾ ਇਹ ਤੁਹਾਡੀ ਮਰਜ਼ੀ ਹੈ, ਪਰ ਇਸ ਗੱਲ ਪਿੱਛੇ ਝਗੜਾ ਕਰਨਾ ਕਿ ਵੇਖੋ ਜੀ ਬਾਬਾ ਜੀ ਨੇ ਅਰਦਾਸ ਵਿੱਚ ਸੰਧੂ ਬਰਾੜ ਗਿੱਲ ਨਹੀਂ ਆਖਿਆ। ਹੁਣ ਕਿਸੇ ਦਾ ਹੋਵੇ ਤੇ ਬਾਅਦ 'ਚ ਕਿਤੇ ਲਾੜੀ ਨਾ ਪਿਓ। ਮੈਂ ਇਹ ਤਾਂ ਬੇਨਤੀ ਕਰ ਰਿਹਾ ਵੀ ਸਿਧਾਂਤ ਗੁਰੂ ਦਾ ਇਹੀ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਸ੍ਰੀ ਚੰਦ ਲਖਮੀ ਦਾਸ ਜਾਤ ਗੋਤ ਦਾ ਮਾਣ ਕਰਦੇ ਨੇ, ਤੇ ਜਿਹਨੇ ਮਾਣ ਨਹੀਂ ਕੀਤਾ ਉਹ ਗੁਰੂ ਦਾ ਪੁੱਤਰ ਵੀ ਨਹੀਂ, ਖੂਨ ਵੀ ਨਹੀਂ, ਰਿਸ਼ਤੇਦਾਰ ਵੀ ਨਹੀਂ, ਤੇ ਉਹ ਗੁਰੂ ਬਣ ਗਿਆ। ਪਰ ਜਿਹਨੇ ਮਾਣ ਹੰਕਾਰ ਕੀਤਾ, ਗੁਰੂ ਦਾ ਖੂਨ ਵੀ ਹੈ, ਰਿਸ਼ਤੇਦਾਰੀ ਵੀ ਹੈ, ਜਾਤ ਗੋਤ ਬਿਲਕੁਲ ਮਿਲਦਾ ਹੈ,
पर वो गुरु की बख्शिश का पात्र नहीं बनिया, क्योंकि ਉਹਦੇ अंदर मान ही इसे गल दा सी। वेखो, एक कोई प्रिंसीपल है, कोई टीचर है, कोई लीडर आदਿਕ मास्टर कोई भी है, ਉਹਦਾ पुत्र उदों ही प्रिंसीपल प्रोफैसर बन सकता है जे वो खुद स्कूले जाएगा, मेहनत करेगा, डिग्री हासिल करेगा। जे वो कहे नहीं मैं तो प्रिंसीपल दा प्रोफैसर दा बेटा हाँ, धी हाँ, मैं तो आप उही हाँ, पर नहीं, वो कहेगा नहीं पुत्रा, जे तू बनना चाहुंदे तू ये तो दुनिया दे विच कह सकदा मैं उस टीचर दा, प्रिंसीपल दा जां किसी लीडर दा पुत्र है, पर जे तू लीडर बनना तैनू मेरे वांगू ही लोकां दे उपर राज करन दे लई तैनू बड़ियां चालां सिखणियां पैणगीਆਂ, बड़ियां दे अगे तैनू हथ अड्डने पैणगे, फिर तू इस अहुदे तक पहुँच सकदा है। मैं बेनती ये कर लगा भी जे दुनियावी अहुदे लई सानू कोई ना कोई घालना मेहनत करनी पैंदी है, नहीं मिलता, तो फिर जिहड़ी पदवी ये है ये भी कमाई ते घालना तो बिना नहीं मिलती, भी करनी ही पैंदी है। वेखो, श्री चंद लक्ष्मी दास, मैं कोई उन्होंने बुरा नहीं कह रहा, केवल एक उदाहरण दे रहे हैं। वेखो, प्रिथी चंद ने आप ही अपने उपर मड़ासा मार लिया सी पग दा, जो गुरु अर्जन देव महाराज सच्चे पातशाह बख्शिशां दे मालक जो गुरु रामदास साहब जी ने बाबा बुढ़ा साहब जी गुरता गद्दी की ये बख्शिश होने लगी ना, तो उस में प्रिथी चंद ने आप ही मड़ासा मार लिया। हुण खिमा करियो, पंजाब दे विच भी इदां ही हुंदा है, जदों एक बाबा चढ़ाई कर जांदा है, एक दी मौत हो जाती है ना, 3-4 मां दे पुत ਉਂਝ ही मड़ासा मार लेंदे है, कोई जयपुर, कोई बीकानेर, कोई गंगानगर, कोई किते जाके बह जाता है अपने आप ही। इदां ही उदों भी प्रिथी चंद ने आप ही मड़ासा मार लिया सी, पर जिहड़ी पग सी, अज भी कोई पुरानी चढ़ाई कर जे ना, तो वेखो जिहड़ी पग दस्तार है वो किसी नौजवान नूं एक नूं दित्ती जाती है। ਉਹਦਾ मतलब ये हुंदा है कि अज तैनूं जिहड़ी दस्तार पग दित्ती गई है, ये सारी घर की जिम्मेवारी अज तो बाद तेरे ते सौंपी जाती है। इस तरह जदों कोई दस्तार बंदी हुंदी है, जे भाई लहणा जी नूं जां इंज कह लो धन गुरु अर्जन देव महाराज सच्चे पातशाह नूं ये दस्तारबंदी की गई, वो परिवार की नहीं, वो पूरी कौम की, पूरी पंथ की जिम्मेवारी उन्होंने दित्ती जाती है। इतिहास विचों आपां बचन साझा करांगे, पर इत्थे जिहड़े बचन आए ने, गुरु अंगद देव महाराज कहंदे जिन्नी चलन जाणिया, जिन्हां ने इस गल नूं जान लिया, इस गल नूं समझ लिया कि ये जिहड़ा मनुखा जन्म है ये बार बार नहीं मिलना, ये इक्को बार ही मिलिया, ते इनू इसे जन्म दे विच इनू तू सफल बना ले। जिन्नी चलन जाणिया से क्यों करें विथार, भाव वो बहुता खिलारा नहीं पाउंदे, खिलारे तो भाव है जो उन्हां कोल उन्हां दी बनदी मेहनत मुशक्कत है, वो उसे उपर सबर करते ने, वो दूजियां दे उपर इंज कह लो कुंडली नहीं मारते सप की तरह। गुरु अर्जन देव महाराज कहते जिन्नी चलन, गुरु अंगद देव महाराज सच्चे पातशाह, जिन्नी चलन जानिया से क्यों करें विथार, चलन सार न जानी। पर जिन्हां ने इस दुनिया दे विच जानन दे बारे, चले जाण दे बारे, इस गल की सार कदर, इस गल नूं नहीं ना समझिया, ते ओ फिर ना तां अपना कुछ सवार सकदे ने ते ना ही वो दूजे दा। एक भाई साहब भाई गुरदास जी का बचन है, क्योंकि उन्होंने लिखिया तो मैं तां साझा कर रहा, उन्होंने जिक्र किया दूजे लोगों की एक उदाहरण लैके गल पूरी मनुखता की की है। भाई साहब भाई गुरदास साहब जी कहते बुरा ना कोई युधिष्ठिर है, बुरा ना कोई युधिष्ठिर है, दुर्योधन को भला ना पेख है। क्योंकि कैरव ते पांडव दोवां दा युद्ध होया, तुहानूं सबनूं पता है जिन्होंने सारा कुछ पढ़िया है। पर पांडव ये 5 भरा ने, ते 5 दे विचों जिहड़ा इन्हां दा मेन आगू है, जिहड़ा वड्डा भरा, उहदा नां सी युधिष्ठिर। बड़ा वो सूझवान सी, बड़ी दूर दृष्टि वाला सी। पर भाई गुरदास साहब जी ने दोवां दा इत्थे दृश्य खिंचिया है। भाव कैरवां दे विचों दुर्योधन सी जिहड़ा, वो बड़ा हंकारी सी, ते भगत कबीर साहब ने भी गुरु ग्रंथ साहिब महाराज जी दे विच इन्हां सारियां दा जिक्र कीता, इन्हां नूं मन्नण दी नहीं कोई गल कीती, इन्हां दियां उदाहरणां दित्तियां गईयां ने। गुरु ग्रंथ साहिब महाराज जी दे विच उदाहरण दित्ती है जे कृष्ण जी दी,
ਰਾਮਚੰਦਰ ਦੀ ਦੇ ਉਦਾਹਰਨ ਦਿੱਤੀ ਹੈ ਤੇ ਸਿੱਖਾਂ ਨੂੰ ਪੂਜਣ ਦੀ ਗੱਲ ਨਹੀਂ ਕਹੀ। ਮੇਰੇ ਹਿੰਦੂ ਵੀਰਾਂ ਨੂੰ ਰਾਮਚੰਦਰ ਜੀ, ਕ੍ਰਿਸ਼ਨ ਜੀ ਮੁਬਾਰਕ ਹੈ, ਉਹ ਜਿੰਨਾ ਮਰਜੀ ਪੂਜਨ, ਮੱਥਾ ਟੇਕਣ, ਪਰ ਸਿੱਖ ਨੂੰ ਇਹ ਹਦਾਇਤ ਕੀਤੀ ਗਈ ਹੈ, ਆਗਿਆ ਭਈ ਅਕਾਲ ਕੀ। ਆਗਿਆ ਭਾਵ ਅਕਾਲ ਪੁਰਖ ਵਾਹਿਗੁਰੂ ਵੱਲੋਂ ਕੀ ਕਰਨਾ ਹੈ, ਆਗਿਆ ਭਈ ਅਕਾਲ ਕੀ। ਜੇ ਮਾਲਕ ਦਾ ਹੁਕਮ ਹੋਇਆ ਸੀ ਤਬੀ ਚਲਾਇਓ ਪੰਥ, ਤੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਿਹੜੀ ਮੈਂ ਬੇਨਤੀ ਕਰ ਲੱਗਾ ਸਾਂ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਬੁਰਾ ਨਾ ਕੋਈ ਯੁਧਿਸ਼ਟਰੈ ਤੇ ਦੁਰਯੋਧਨ ਕੋ ਭਲਾ ਨਾ ਪੇਖੈ। ਕਹਿੰਦੇ ਕ੍ਰਿਸ਼ਨ ਜੀ ਨੇ ਯੁਧਿਸ਼ਟਰ ਨੂੰ ਤੇ ਇਧਰੋਂ ਦੁਰਯੋਧਨ ਨੂੰ, ਦੋਵਾਂ ਨੂੰ ਆਪਣੇ ਕੋਲੇ ਬੁਲਾ ਲਿਆ। ਕੋਲੇ ਬੁਲਾ ਕੇ ਕਹਿਣ ਲੱਗੇ, ਵੇਖੋ ਭਰਾਵੋ, ਤੁਹਾਨੂੰ ਦੋਵਾਂ ਨੂੰ ਮੈਂ ਇੱਕ ਉਪਦੇਸ਼ ਦਿੰਨਾ। ਕੰਮ ਕਹਿੰਦੇ ਇੱਕੋ ਹੀ ਹੈ, ਪਰ 19-21 ਦਾ ਹੀ ਫਰਕ ਹੈ। ਕਹਿਣ ਲੱਗੇ ਜੀ ਦੱਸੋ, ਸਮਝਾਓ। ਤੇ ਇੱਕੋ ਹੀ ਪਿੰਡ ਸ਼ਹਿਰ ਵਿੱਚ ਤੁਸੀਂ ਦੋਵਾਂ ਨੇ ਜਾਣਾ ਹੈ, ਤੇ ਦੋਵਾਂ ਨੂੰ ਹਦਾਇਤ ਕੀਤੀ। ਤੇ ਇਧਰੋਂ ਯੁਧਿਸ਼ਟਰ ਕਹਿਣ ਲੱਗਾ ਜੀ ਮੈਨੂੰ ਕੀ ਹੁਕਮ ਹੈ। ਤੋ ਕ੍ਰਿਸ਼ਨ ਜੀ ਕਹਿਣ ਲੱਗੇ ਤੁਸੀਂ ਨਗਰ ਵਿੱਚ ਜਾਓ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਤੁਹਾਨੂੰ ਵਕਤ ਦਿੱਤਾ ਹੈ, ਤੇ ਤੁਸੀਂ ਇਸ ਪਿੰਡ ਵਿੱਚੋਂ ਵੇਖੋ ਭਾਈ ਗੁਰਦਾਸ ਸਾਹਿਬ ਜੀ ਨੇ ਕਿੰਨੀ ਵਧੀਆ ਸਾਨੂੰ ਸਮਝਾਉਣ ਦੀ ਇੱਕ ਤਰਤੀਬ, ਇੱਕ ਰੂਪ ਰੇਖਾ ਬਾਣੀ ਵਿੱਚ ਦੱਸੀ ਹੈ। ਚੰਗੇ ਬੰਦੇ ਨੂੰ ਤਾਂ ਕਹਿ ਦਿੱਤਾ ਵੀ ਤੂੰ ਮਾੜਾ ਲੱਭ ਕੇ ਲਿਆ, ਤੇ ਜਿਹੜਾ ਅਤ ਦਾ ਬੁਰਾ ਬੰਦਾ ਸੀ ਉਹਨੂੰ ਆਖਿਆ ਤੂੰ ਚੰਗਾ ਲੱਭ ਕੇ ਲਿਆ। ਤੇ ਜਦੋਂ ਆਖਿਆ ਨਾ ਯੁਧਿਸ਼ਟਰ ਨੂੰ, ਵੱਡੇ ਭਰਾ ਨੂੰ, ਤੇ ਵੀ ਤੂੰ ਜਾ ਪਿੰਡ ਵਿੱਚ ਸਵੇਰ ਤੋਂ ਸ਼ਾਮ ਤੱਕ ਕੋਈ ਇਹੋ ਜਿਹਾ ਬੰਦਾ ਲੱਭ, ਇੱਕੋ ਹੀ ਲੱਭਣਾ, ਪਰ ਇੱਕ ਇੰਨਾ ਕੁ ਬੁਰਾ ਹੋਵੇ ਕਿ ਇੱਕ ਤੋਂ ਸਾਰੇ ਦੁਖੀ ਹੋਣ। ਕਹਿੰਦੇ ਸਵੇਰੇ ਤੁਰਿਆ, ਸ਼ਾਮ ਤੱਕ ਸਾਰੇ ਪਿੰਡ ਸ਼ਹਿਰ ਨੂੰ ਉਹਨੇ ਭਾਲਿਆ, ਢੂੰਡਿਆ, ਤੇ ਉਹ ਖਾਲੀ ਹੱਥ ਮੁੜ ਆਇਆ। ਤੇ ਦੁਰਯੋਧਨ ਨੂੰ ਭੇਜਿਆ ਸੀ ਉਸੇ ਇੱਕੋ ਪਿੰਡ ਵਿੱਚ, ਉਹ ਵੀ ਗਿਆ, ਸਾਰੇ ਪਿੰਡ ਵਿੱਚ ਵੇਖਦਾ ਰਿਹਾ। ਅਖੀਰ ਕਹਿੰਦੇ ਦੋਵੇਂ ਜਾਣੇ ਖਾਲੀ ਆ ਗਏ। ਤੇ ਭਾਈ ਗੁਰਦਾਸ ਸਾਹਿਬ ਨੇ ਨਕਸ਼ਾ ਖਿੱਚਿਆ ਤੇ ਕ੍ਰਿਸ਼ਨ ਜੀ ਪੁੱਛਦੇ ਨੇ, ਤੁਹਾਨੂੰ ਦੋਵਾਂ ਨੂੰ ਮੈਂ ਭੇਜਿਆ ਤੇ ਕੰਮ ਕੇਵਲ 19 ਤੇ 21 ਦਾ ਫਰਕ ਹੈ। ਭੇਜਿਆ ਵੀ ਇੱਕੋ ਪਿੰਡ ਵਿੱਚ ਹੈ ਤੇ ਖਾਲੀ ਵੀ ਤੁਸੀਂ ਦੋਵੇਂ ਆ ਗਏ ਹੋ, ਵਜ੍ਹਾ ਦੱਸਣਾ ਕਰੋ। ਤੇ ਜਦੋਂ ਯੁਧਿਸ਼ਟਰ ਨੂੰ ਆਖਿਆ ਨਾ ਵੀ ਦੱਸ, ਕੋਈ ਤੈਨੂੰ ਪਿੰਡ ਵਿੱਚੋਂ ਬੁਰਾ ਲੱਭਿਆ? ਉਹ ਕਹਿੰਦਾ ਜੀ ਪਿੰਡ ਵਿੱਚ ਤਾਂ ਬੁਰਾ ਬੰਦਾ ਕੋਈ ਹੈ ਹੀ ਨਹੀਂ। ਦਰਅਸਲ ਜਿਹੜਾ ਯੁਧਿਸ਼ਟਰ ਸੀ ਉਹ ਆਪ ਬੁਰਾ ਨਹੀਂ ਸੀ, ਉਹ ਭਲਾ ਸੀ। ਉਹਨੇ ਸਾਰੇ ਪਿੰਡ ਵਿੱਚ ਨਜ਼ਰ ਮਾਰੀ, ਕਹਿੰਦੇ ਕੋਈ ਨਹੀਂ ਲੱਭਿਆ। ਕ੍ਰਿਸ਼ਨ ਜੀ ਇੱਕ ਵੀ ਨਹੀਂ ਲੱਭਿਆ, ਇਹ ਭਗਵਾਨ ਜੀ ਇੱਕ ਵੀ ਨਹੀਂ ਮਿਲਿਆ, ਕਿਸੇ ਵਿੱਚ ਕੋਈ ਵੀ ਔਗਣ ਨਹੀਂ, ਸਾਰੀ ਮੈਨੂੰ ਗੁਣਵਾਨ, ਸਾਰੀ ਮੈਨੂੰ ਚੰਗੇ ਵਿਖਾਈ ਦੇ ਰਹੇ ਨੇ। ਤੇ ਅਸੀਂ ਬੰਦੇ ਦੀ ਪਹਿਚਾਣ ਭਲਾ ਕਿੱਦਾਂ ਕਰਦੇ ਹਾਂ? ਅਸੀਂ ਬੰਦੇ ਦੀ ਪਹਿਚਾਣ ਕਰਦੇ ਹਾਂ ਕੱਪੜਿਆਂ ਤੋਂ। ਲਓ ਜੀ ਉਹਨੇ ਕਿੱਦਾਂ ਦੇ ਕੱਪੜੇ ਪਾਏ, ਇਹ ਵੀ ਕੋਈ ਬੰਦਾ ਹੈ। ਅਸੀਂ ਪਹਿਚਾਣ ਕਰਦੇ ਹਾਂ ਉਹਦੇ ਕੱਪੜਿਆਂ ਦੇ ਰੰਗ ਤੋਂ, ਵੀ ਉਹਨੇ ਲਾਲ ਕੱਪੜੇ ਪਾਏ, ਉਹਨੇ ਹਰੇ ਪਾਏ, ਉਹਨੇ ਐਦਾਂ ਦੇ ਪਾਏ। ਨਹੀਂ, ਬੰਦੇ ਦੀ ਪਹਿਚਾਣ ਉਹਦੇ ਕੱਪੜਿਆਂ ਤੋਂ ਨਹੀਂ, ਬੰਦੇ ਦੀ ਪਹਿਚਾਣ ਉਹਦੇ ਬਾਹਰਲੀ ਤੌਰ ਤੇ ਵਿਖਾਵੇ ਤੋਂ ਨਹੀਂ ਹੋਣੀ। ਲੀੜੇ ਕੱਪੜੇ ਬਸਤਰ ਸਾਡੀ ਸਫਾਈ ਦੇ ਲਈ ਨੇ, ਸਾਡੀ ਸੁੰਦਰਤਾ ਦੇ ਲਈ ਨੇ। ਤੇ ਗੁਰੂ ਸਾਹਿਬ ਨੇ ਕਿਤੇ ਨਹੀਂ ਮਨਾਹੀ ਕੀਤੀ ਵੀ ਤੁਸੀਂ ਸੋਹਣੇ ਕੱਪੜੇ ਗਹਿਣੇ ਆਦਿਕ ਨਹੀਂ ਪਾਉਣੇ। ਮੇਰੇ ਸਤਿਗੁਰਾਂ ਨੇ ਇਹ ਆਖਿਆ ਵੀ ਲੀੜੇ ਕੱਪੜੇ ਸੋਹਣੇ ਪਾ ਕੇ ਉਸ ਰੱਬ ਨੂੰ ਭੁਲਾ ਦੇਣਾ। ਉਸ ਬੰਦੇ ਨੂੰ ਗੁਰੂ ਨੇ ਆਖਿਆ ਜਿਹੇ ਪ੍ਰਸਾਦ ਅਭੂਖਨ, ਅਭੂਖਨ ਕਹਿੰਦੇ ਨੇ ਗਹਿਣੇ ਸੋਨੇ ਚਾਂਦੀ ਨੂੰ, ਜਿਹੇ ਪ੍ਰਸਾਦ ਅਭੂਖਨ ਪਹਿਰੀਜੈ ਮਨ ਤਿਸ ਕਿਉਂ ਸਿਮਰਤ ਆਲਸ ਕੀਜੈ। ਤੂੰ ਉਸ ਰੱਬ ਨੂੰ ਜਦੋਂ ਯਾਦ ਕਰਦਾ ਉਦੋਂ ਆਲਸ ਕਰਦਾ, ਤੇ ਜੋ ਕੁਝ ਰੱਬ ਨੇ ਦਿੱਤਾ ਤੇ ਉਹਦਾ ਤੂੰ ਸ਼ੁਕਰਾਨਾ ਨਹੀਂ ਕਰਦਾ। ਹੁਣ ਦੁਰਯੋਧਨ ਨੂੰ ਪੁੱਛਦੇ ਨੇ, ਕ੍ਰਿਸ਼ਨ ਜੀ ਨੇ ਦੋਵਾਂ ਨੂੰ ਪੁੱਛ ਰਹੇ ਨੇ। ਯੁਧਿਸ਼ਟਰ ਕਹਿੰਦਾ ਮੈਨੂੰ ਕੋਈ ਵੀ ਬੁਰਾ ਨਹੀਂ ਲੱਭਿਆ। ਤਾਂ ਇਧਰੋਂ ਜਦੋਂ ਵਾਰੀ ਆਈ ਨਾ ਦੁਰਯੋਧਨ ਦੀ ਕਿ ਤੂੰ ਦੱਸ ਵੀ ਕੋਈ ਚੰਗਾ ਲੱਭਿਆ, ਉਹ ਕਹਿੰਦਾ ਜੀ ਪਿੰਡ ਵਿੱਚ ਤਾਂ ਕੋਈ ਬੰਦਾ ਚੰਗਾ ਹੈ ਹੀ ਨਹੀਂ। ਕਹਿੰਦੇ ਕਿਉਂ, ਹੱਦ ਹੋ ਗਈ। ਉਹ ਕਹਿੰਦਾ ਮੈਂ ਸਾਰਾ ਪਿੰਡ ਲੱਭ ਕੇ ਆਇਆ। ਕ੍ਰਿਸ਼ਨ ਜੀ ਕਹਿਣ ਲੱਗੇ ਜਿਹੜਾ ਯੁਧਿਸ਼ਟਰ ਸੀ ਉਹ ਵੀ ਤਾਂ ਉਸੇ ਪਿੰਡ ਵਿੱਚੋਂ ਲੱਭਣ ਗਿਆ ਸੀ। ਪਿੰਡ ਇੱਕੋ ਹੀ ਹੈ, ਬੰਦੇ ਦੋ ਨੇ, ਪਰ ਇੱਕ ਨੂੰ ਕੋਈ ਬੁਰਾ ਨਹੀਂ ਲੱਭਿਆ ਤੇ ਇੱਕ ਨੂੰ ਕੋਈ ਚੰਗਾ ਨਹੀਂ ਲੱਭਿਆ। ਇਹਦਾ ਕਾਰਨ ਰੀਜ਼ਨ ਕੀ ਸੀ? ਕਿਉਂਕਿ ਜਿਹੜਾ ਤਾਂ ਆਪ ਖੁਦ ਚੰਗਾ ਸੀ, ਜਿਹਦੇ ਅੰਦਰ ਰੱਬੀ ਸ਼ੁਭ ਗੁਣ ਸਨ, ਉਹਨੂੰ ਸਾਰੇ ਬੁਰਿਆਂ ਦੇ ਵਿੱਚੋਂ ਵੀ ਚੰਗਿਆਈ ਵਿਖਾਈ ਦੇ ਰਹੀ ਹੈ। ਤੇ ਜਿਹੜਾ ਆਪ ਅੱਤ ਦਾ ਮਾੜਾ ਸੀ, ਉਹਨੂੰ ਸਾਰਾ ਪਿੰਡ ਹੀ ਮਾੜਾ ਹੀ ਵਿਖਾਈ ਦੇ ਰਿਹਾ ਹੈ।
ਤੇ ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਪਾਵਨ ਬਾਣੀ ਵਿੱਚ ਵੀ ਜ਼ਿਕਰ ਕੀਤਾ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਬਿਸਰ ਗਈ, ਭੁੱਲ ਗਈ ਪਰਾਈ, ਤਾਤ ਈਰਖਾ ਦਵੈਸ਼ ਮੈਨੂੰ ਬਿਲਕੁਲ ਭੁੱਲ ਗਈ। ਕਦੋਂ? ਜਦੋਂ ਮੈਨੂੰ ਸੰਗਤ ਮਿਲ ਗਈ, ਜਦੋਂ ਮੈਂ ਗੁਰੂ ਦੀ ਸੰਗਤ ਵਿੱਚ ਆ ਗਿਆ। ਇੱਕ ਹੋਰ ਬਚਨ, ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਿਰਾਜੇ ਨੇ। ਤੋ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਥੇ ਜਿਹੜੀ ਲੰਗਰ ਦੀ ਜਿਹੜੀ ਮਰਿਆਦਾ ਆਰੰਭ ਕੀਤੀ, ਤੇ ਜਿਹੜੇ ਉਸ ਸਮੇਂ ਮੌਜੂਦਾ ਜਿਨ੍ਹਾਂ ਨੂੰ ਆਪਣੀ ਜਾਤ ਦਾ ਮਾਣ ਸੀ, ਜਿੱਦਾਂ ਬ੍ਰਾਹਮਣ ਆਦਿਕ ਜਾਂ ਹੋਰ ਜਿਹੜੇ ਲੋਕ, ਇੱਥੇ ਕਿਸੇ ਜਾਤ ਤੇ ਨਹੀਂ ਆਪਾਂ ਕਟਾਕਸ਼ ਕਰ ਰਹੇ, ਜਿਨ੍ਹਾਂ ਲੋਕਾਂ ਨੂੰ ਕੇਵਲ ਮਾਣ ਹੰਕਾਰ ਸੀ ਨਾ ਉੱਚ ਜਾਤੀਏ, ਉਹਨਾਂ ਨੇ ਦੇਖਿਆ ਵੀ ਇਹ ਜਦੋਂ ਦੇ ਆਏ ਨੇ ਇੱਕੋ ਹੀ ਪੰਗਤ ਵਿੱਚ ਲੰਗਰ ਛਕ ਰਹੇ ਨੇ, ਤੇ ਬੇਅੰਤ ਇਹਨਾਂ ਦੇ ਹਿੰਦੂ ਬ੍ਰਾਹਮਣ ਮੌਲਵੀ ਸੇਵਕ ਬਣਦੇ ਜਾ ਰਹੇ ਨੇ, ਤੇ ਉਹਨਾਂ ਨੂੰ ਈਰਖਾ ਸ਼ੁਰੂ ਹੋ ਗਈ। ਸਹੀ ਮਾਇਨਿਆਂ ਵਿੱਚ ਤੇ ਬੰਦਾ ਜਦੋਂ ਕੋਈ ਆਪ ਕੁਝ ਨਾ ਕਰ ਸਕੇ ਤਾਂ ਉਹਨੂੰ ਕਰਨ ਦੀ ਬਜਾਏ ਸਗੋਂ ਉਹਦੇ ਨਾਲ ਉਹ ਲੜਾਈ ਝਗੜਾ ਈਰਖਾ ਸ਼ੁਰੂ ਕਰ ਦਿੰਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਲੰਗਰ ਦੀ ਮਰਿਆਦਾ ਆਰੰਭ ਕੀਤੀ, ਤੇ ਅਕਬਰ ਵੀ, ਮੈਂ ਕਈ ਦਫਾ ਦੇਖਦਾ ਕਿ ਇਸ ਅਸਥਾਨ ਤੇ ਸੰਗਤ ਦੀ ਗੁਰੂ ਦੀ ਬਖਸ਼ਿਸ਼ ਕਿਰਪਾ ਅਜੇ ਤੱਕ ਤੇ ਲੰਗਰ ਦੀ ਤੇ ਦਰਬਾਰ ਦੀ ਮਰਿਆਦਾ ਪੂਰੀ ਅਜੇ ਵੀ ਕਾਇਮ ਹੈ। ਵੇਖੋ ਲੰਗਰ ਦੀ ਮਰਿਆਦਾ ਨਾ ਜਿਹੜੀ ਉਹ ਗੁਰੂ ਦੇ ਇਤਿਹਾਸ ਤੋਂ ਪਤਾ ਚੱਲਦਾ ਹੈ। ਕਹਿੰਦੇ ਜਦੋਂ ਇੱਕ ਰੋਜ਼ ਮੰਗਤਾ ਆਉਂਦਾ ਤੇ ਉਹਨੂੰ ਜਿਹੜੇ ਹੰਕਾਰੀ ਬ੍ਰਾਹਮਣ ਪੰਡਤ ਸੀ ਨਾ, ਉਹਨਾਂ ਨੇ ਉਹਨੂੰ ਚੁੱਕਣਾ ਦਿੱਤੀ ਹੋਈ ਸੀ। ਚੁੱਕ ਕੀ ਦਿੱਤੀ ਹੋਈ ਸੀ ਵੀ ਤੂੰ ਇਉਂ ਕਰਿਆ ਕਰ, ਸਾਡੇ ਤੋਂ ਜੋ ਕੁਝ ਲੈਣਾ ਲੈ ਲਿਆ ਕਰ, ਤੇ ਗੁਰੂ ਅਮਰਦਾਸ ਜੀ ਦੇ ਕੋਲ ਜਦੋਂ ਜਾਣਾ ਨਾ ਬਾਹਰ ਤੂੰ ਸਿੱਖਾਂ ਦੇ ਮੂਰਦੀ ਹੋ ਕੇ ਲੰਘਦਾ ਟੱਪਦਾ ਗੁਰੂ ਨੂੰ ਗਾਲਾਂ ਕੱਢਿਆ ਕਰ। ਹੁਣ ਉਹਨੇ ਰੋਜ਼ ਜਾਣਾ, ਜਦੋਂ ਸੰਗਤ ਨੇ ਲਾਗੋ ਦੀ ਲੰਘਣਾ। ਹੁਣ ਵੇਖੋ ਤੁਸੀਂ ਗੁਰਦੁਆਰੇ ਆ ਰਹੇ ਹੋ, ਤੇ ਜੇ ਕੋਈ ਗੁਰੂ ਦੀ ਸ਼ਾਨ ਦੇ ਖਿਲਾਫ ਕੁਝ ਬੋਲੇ ਤੇ ਮੇਰੇ ਖਿਆਲ 'ਚ ਕੋਈ ਵੀ ਐਸਾ ਬੰਦਾ ਨਹੀਂ ਜਿਹੜਾ ਸਹਿਣ ਕਰ ਲਵੇਗਾ। ਹੁਣ ਕੁਝ ਸਿੱਖਾਂ ਨੇ ਉਹਨੂੰ ਰੋਕਿਆ, ਪਰ ਉਹ ਰੁਕਦਾ ਨਹੀਂ। ਅਖੀਰ ਭਾਈ ਜੇਠਾ ਜੀ ਕਹਿਣ ਲੱਗੇ ਉਸ ਮੰਗਤੇ ਫਕੀਰ ਨੂੰ, ਕਹਿੰਦੇ ਭਲਿਆ ਇਹ ਤੇਰੇ ਵਾਸਤੇ ਚੰਗੀ ਗੱਲ ਨਹੀਂ ਹੈ, ਤੂੰ ਉਸੇ ਲੰਗਰ ਵਿੱਚੋਂ ਪ੍ਰਸ਼ਾਦਾ ਵੀ ਛਕਦਾ ਹੈ, ਉਸੇ ਦਰਬਾਰ ਵਿੱਚ ਤੂੰ ਆਉਣਾ ਹੈ, ਉੱਥੋਂ ਛਕ ਛਕਾ ਕੇ ਤੂੰ ਗੁਰੂ ਨਾਨਕ ਦੇ ਘਰ ਦੀ ਨਿੰਦਾ ਕਰਦਾ ਹੈ, ਠੀਕ ਨਹੀਂ। ਤੇ ਜਦੋਂ ਗੱਲ ਗੁਰੂ ਅਮਰਦਾਸ ਸਾਹਿਬ ਜੀ ਤੱਕ ਪਹੁੰਚੀ ਤਾਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਦੇ ਮਾਲਕ ਉਹ ਕਹਿੰਦੇ ਵੀ ਆਖਰ ਖਰਵੇਪਨ ਦਾ ਇਲਾਜ ਕਦੀ ਖਰਵਾਪਨ ਨਹੀਂ ਹੋਇਆ ਕਰਦਾ। ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਭਾਈ ਜੇਠਾ ਜੀ ਨੂੰ ਕਹਿੰਦੇ, ਭਾਈ ਜੇਠਾ ਜੀ ਆਹ 2 ਸੋਨੇ ਦੇ ਕੜੇ ਲੈ ਜਾਓ। ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰ ਇਤਿਹਾਸ ਦੇ ਵਿੱਚ ਜ਼ਿਕਰ ਕੀਤਾ, ਉਹਨਾਂ ਨੇ ਆਪਣੀ ਬੁੱਕ ਲਿਖੀ ਹੈ ਗੁਰ ਇਤਿਹਾਸ। ਵੇਖੋ ਪ੍ਰੋਫੈਸਰ ਸਾਹਿਬ ਸਿੰਘ ਇੱਕ ਸਨਾਤਨ ਮਤ ਹਿੰਦੂ ਘਰਾਣੇ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਅੱਜ ਜੋ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਸਾਹਮਣੇ ਸਕਰੀਨ ਤੇ ਮੁੱਖ ਵਾਕ ਲਿਖਿਆ ਜਾਂਦਾ ਹੈ ਨਾ, ਉਹ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਕੀਤੇ ਹੋਏ ਟੀਕੇ ਤੋਂ ਲਿਖਿਆ ਜਾਂਦਾ ਹੈ। ਪੰਥ ਨੇ ਉਹਨੂੰ ਪ੍ਰਮਾਣਿਤ ਕੀਤਾ ਹੈ। ਜੋ ਵਿਆਕਰਨ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖ ਗਏ, ਮੇਰੇ ਖਿਆਲ 'ਚ ਕਹਿੰਦੇ ਇਦੋਂ ਅੱਗੇ ਹੋਰ ਕੋਈ ਹੋ ਸਕਦਾ ਨਾ ਲਿਖ ਸਕੇ, ਪਰ ਆਪ ਆਪਣੀ ਬੁੱਧ ਹੈ ਜੇਤੀ, ਜਿੰਨੀ ਕਿਸੇ ਦੀ ਮੱਤ ਹੈ ਲਿਖ ਵੀ ਸਕਦਾ ਹੈ। ਪਰ ਕਹਿੰਦੇ ਜਦੋਂ ਉਹ ਹਰ ਰੋਜ਼ ਐਦਾਂ ਹੀ ਬੋਲਣ ਲੱਗਾ ਤਾਂ ਭਾਈ ਜੇਠਾ ਜੀ 2 ਸੋਨੇ ਦੇ ਕੜੇ ਲੈ ਗਏ। ਗੁਰੂ ਅਮਰਦਾਸ ਸਾਹਿਬ ਜੀ ਨੇ ਦਿੱਤੇ ਵੀ ਹੋ ਸਕਦਾ ਇਹ ਲਾਲਚ ਵਸ ਹੋ ਕੇ ਬੋਲ ਕਬੋਲ ਬੋਲਦਾ ਹੋਵੇ, ਲੜਾਈ ਝਗੜਾ ਕਰਨਾ ਠੀਕ ਨਹੀਂ। ਕਹਿੰਦੇ ਉਸ ਸਮੇਂ ਭਾਈ ਜੇਠਾ ਜੀ ਨੇ ਇੱਕ ਉਹਨੂੰ ਕੜਾ ਦਿੱਤਾ, ਇੱਕ ਹਫ਼ਤਾ ਉਹ ਚੁੱਪ ਹੋ ਗਿਆ, ਤੇ ਹਫ਼ਤੇ ਕੁ ਬਾਅਦ ਉਹਦੇ ਅੰਦਰ ਫੇਰ ਜਿਵੇਂ ਅਮਲੀ ਦੇ ਅੰਦਰ ਇੱਕ ਡੌਂਜਾ ਨਹੀਂ ਉੱਠਦਾ ਨਸ਼ਾ ਕਰਨ ਦਾ, ਉਹਦੇ ਫੇਰ ਅੰਦਰ ਉੱਠਿਆ, ਫੇਰ ਆਉਂਦਾ ਤੇ ਫੇਰ ਬੋਲਣਾ ਸ਼ੁਰੂ ਕਰ ਦਿੰਦਾ ਹੈ। ਭਾਈ ਜੇਠਾ ਜੀ ਉਹਨੂੰ ਦੂਜਾ ਸੋਨੇ ਦਾ ਕੜਾ ਦੇ ਦਿੰਦੇ ਨੇ। ਉਹ ਕੜਾ ਲੈ ਕੇ ਇੱਕ ਹਫ਼ਤਾ 15-16 ਦਿਨ ਫਿਰ ਚੁੱਪ ਰਿਹਾ। ਫਿਰ ਉਹਨਾਂ ਨੂੰ ਜਾਤ ਅਭਿਮਾਨੀਆਂ ਨੇ ਚੁੱਕਿਆ ਸੀ ਕਿ ਤੂੰ ਕੁਝ ਨਾ ਕੁਝ ਬੋਲਦਾ ਰਹਿ, ਤੇ ਜਾਂ ਤਾਂ ਇਹ ਲੰਗਰ ਬੰਦ ਕਰ ਦੇਣਗੇ ਜਾਂ ਝਗੜਾ ਕਰਨਗੇ ਤੇ ਇਹਨਾਂ ਦੀ ਖਬਰ ਅਕਬਰ ਤੱਕ ਪਹੁੰਚਾਵਾਂਗੇ। ਪਰ ਕਹਿੰਦੇ ਉਹ ਬੋਲ ਕਬੋਲ ਬੋਲਣੋਂ ਨਹੀਂ ਹਟਿਆ। ਇੱਕ ਦਿਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਤੇ ਭਾਈ ਜੇਠਾ ਜੀ ਦੋਵੇਂ ਮਿਲਦੇ ਨੇ। ਉਹਨੂੰ ਕਹਿਣ ਲੱਗੇ ਵੀ ਐਦਾਂ ਬੋਲਣਾ ਬੋਲ ਕਬੋਲ ਠੀਕ ਨਹੀਂ। ਉਹ ਕਹਿਣ ਲੱਗਾ ਨਹੀਂ, ਜੋ ਮੈਂ ਹਾਂ ਮੈਨੂੰ ਸਭ ਪਤਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ
ਜੋ ਮਨੁੱਖਤਾ ਨੂੰ, ਜਿਨ੍ਹਾਂ ਦੇ ਅੰਦਰੋਂ ਮਨੁੱਖਤਾ ਖਤਮ ਹੋ ਚੁੱਕੀ ਸੀ, ਉਹਨਾਂ ਨੂੰ ਮਨੁੱਖਤਾ ਦਾ ਅਹਿਸਾਸ ਕਰਾਉਣ ਆਏ ਸਨ। ਤੇ ਉਹ ਅਹਿਸਾਸ ਸੀ ਗੁਰੂ ਕਾ ਲੰਗਰ, ਕਿਉਂਕਿ ਪਹਿਲੇ ਪੰਗਤ ਪਾਛੇ ਸੰਗਤ। ਪੰਗਤ ਵਿੱਚ ਬਹਿ ਕੇ ਵੇਖੋ, ਜੇ ਕਿਸੇ ਨੂੰ ਪਹਿਲਾਂ ਭੁੱਖ ਲੱਗੀ ਹੋਵੇ ਨਾ, ਉਹ ਪਹਿਲਾਂ ਵੀ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਕੇ ਫਿਰ ਉਹ ਦਰਬਾਰ ਵਿੱਚ ਆ ਕੇ ਬਹਿ ਸਕਦਾ ਹੈ, ਜਿੱਦਾਂ ਦਾ ਉਹਦਾ ਸਰੀਰ ਹੈ, ਜਿਵੇਂ ਉਹਦਾ ਸਰੀਰ ਚੱਲਦਾ ਹੈ। ਤੇ ਆਮ ਸਾਡੇ ਲੋਕਾਂ ਦੀ ਇਹ ਗੱਲ ਪ੍ਰਚਲਿਤ ਹੋ ਗਈ ਹੈ, ਕਹਿੰਦੇ ਲਓ ਜੀ ਪਹਿਲਾਂ ਹੀ ਪਕੌੜਿਆਂ ਨੂੰ ਪੈ ਗਏ, ਪਹਿਲਾਂ ਹੀ ਲੰਗਰ 'ਚ ਵੜ ਗਏ, ਕਹਿੰਦੇ ਕਥਾ ਕੀਰਤਨ ਤਾਂ ਸੁਣਦੇ ਨਹੀਂ। ਨਹੀਂ, ਐਦਾਂ ਨਹੀਂ। ਜੇ ਕਿਸੇ ਨੂੰ ਪਹਿਲਾਂ ਲੋੜ ਹੈ ਲੰਗਰ ਦੀ, ਉਹ ਲੰਗਰ ਛਕ ਕੇ ਬਾਅਦ ਵਿੱਚ ਵੀ ਦਰਬਾਰ 'ਚ ਆ ਕੇ ਬਹਿ ਸਕਦਾ ਹੈ। ਪਰ ਗੁਰੂ ਨੇ ਮਰਜ਼ਾਦਾ ਤਾਂ ਚਲਾਈ ਸੀ ਵੀ ਪਹਿਲੇ ਪੰਗਤ ਵਿੱਚ ਜਦੋਂ ਆ ਕੇ ਬੰਦਾ ਬੈਠੇਗਾ, ਵੇਖੋ ਤੁਸੀਂ ਕੁਰਸੀ ਤੇ ਬਹਿ ਕੇ ਘਰੇ ਛਕਦੇ ਹੋ ਜਦੋਂ ਖਾਂਦੇ ਹੋ, ਤੇ ਜਦੋਂ ਆਪਾਂ ਭੁੰਜੇ ਬਹਿ ਕੇ ਖਾਂਦੇ ਆ, ਉਹਦੇ ਵਿੱਚ ਤੇ ਦੋਵਾਂ ਵਿੱਚ ਫਰਕ ਤੁਹਾਨੂੰ ਜ਼ਰੂਰ ਜਾਪੇਗਾ। ਵੱਡੇ ਵੱਡੇ ਡਾਕਟਰ ਵੀ ਅੱਜ ਇਹ ਗੱਲ ਮੰਨਦੇ ਨੇ, ਕਹਿੰਦੇ ਜਦੋਂ ਤੁਸੀਂ ਲੰਗਰ ਪ੍ਰਸ਼ਾਦਾ ਚੌਂਕੜਾ ਮਾਰ ਕੇ ਛਕਦੇ ਹੋ ਨਾ, ਤਾਂ ਉਹਦੇ ਛਕਣ ਦੇ ਵਿੱਚ ਤੇ ਪਾਚਨ ਸ਼ਕਤੀ ਦੇ ਵਿੱਚ ਤੁਹਾਨੂੰ ਵੱਖਰੇਪਨ ਮਹਿਸੂਸ ਹੋਵੇਗਾ। ਪਰ ਜਦੋਂ ਕਹਿੰਦੇ ਭਾਈ ਜੇਠਾ ਜੀ ਨੇ ਰੋਕਿਆ, ਗੁਰੂ ਅਮਰਦਾਸ ਜੀ ਨੇ ਰੋਕਿਆ, ਪਰ ਸਤਿਗੁਰੂ ਜੀ ਤਾਂ ਮਨੁੱਖਤਾ ਨੂੰ, ਜਿਨ੍ਹਾਂ ਦੇ ਅੰਦਰੋਂ ਖਤਮ ਹੋ ਗਈ ਸੀ, ਅਹਿਸਾਸ ਕਰਾਉਂਦੇ ਨੇ ਕਿ ਮਨੁੱਖਤਾ ਕੀ ਹੁੰਦੀ ਹੈ। ਪਰ ਕਹਿੰਦੇ ਉਹ ਜਿਹੜਾ ਰਮਤਾ ਫਕੀਰ ਮੰਗਤਾ ਸੀ, ਉਹ ਚੁੱਕਿਆ ਹੋਇਆ ਸੀ ਕਿਸੇ ਦਾ, ਹੰਕਾਰ ਦੇ ਵਿੱਚ ਆਇਆ। ਪਰ ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ, ਭਾਈ ਇਹਨੂੰ ਮਾਰਨਾ ਨਹੀਂ, ਇਹਨੂੰ ਕੁਝ ਨਹੀਂ ਕਹਿਣਾ, ਇਹ ਸਾਨੂੰ ਬਹੁਤ ਕੁਝ ਵਿਖਾ ਰਿਹਾ ਹੈ। ਇਹ ਜਿਹੜੇ ਹੰਕਾਰੀ ਲੋਕ ਨੇ ਇਸ ਲੰਗਰ ਨੂੰ ਬੰਦ ਕਰਨ ਦੇ ਲਈ ਨਿਤ ਨਵੀਆਂ ਚਾਲਾਂ ਚੱਲਦੇ ਨੇ, ਇਹ ਖਰਵੇ ਬੋਲਦੇ ਨੇ। ਇਹਨਾਂ ਦਾ ਕਾਰਨ ਇਹ ਹੈ, ਇਹ ਚਾਹੁੰਦੇ ਨੇ ਕਿ ਇਹ ਖਿਜਣਗੇ, ਝਗੜਾ ਕਰਨਗੇ, ਗੱਲ ਸਰਕਾਰੇ ਦਰਬਾਰੇ ਪਹੁੰਚੇਗੀ ਤੇ ਇਹ ਲੰਗਰ ਬੰਦ ਹੋ ਜਾਏਗਾ। ਤੇ ਗੁਰੂ ਅਮਰਦਾਸ ਜੀ ਸੰਗਤਾਂ ਨੂੰ ਤੇ ਭਾਈ ਜੇਠਾ ਜੀ ਨੂੰ ਕਹਿਣ ਲੱਗੇ, ਇਹ ਰਮਤਾ ਫਕੀਰ ਹੈ ਨਾ ਜਿਹੜਾ ਮੰਗਤਾ, ਇਹਦਾ ਕੋਈ ਕਸੂਰ ਨਹੀਂ ਹੈ, ਸਾਨੂੰ ਬਹੁਤ ਕੁਝ ਸਿਖਾ ਰਿਹਾ ਹੈ, ਸਾਨੂੰ ਇਹਦੇ ਤੋਂ ਵੀ ਸਿੱਖਿਆ ਲੈਣੀ ਚਾਹੀਦੀ ਹੈ। ਸਾਨੂੰ ਇਹ ਦੱਸ ਰਿਹਾ ਕਿ ਤੁਸੀਂ ਆਪਣਾ ਕੰਮ ਕਰਦੇ ਜਾਓ, ਤੁਸੀਂ ਲੰਗਰ ਚਲਾਉਂਦੇ ਰਹੋ, ਤੁਸੀਂ ਪਰ ਉਪਕਾਰ ਕਰਦੇ ਰਹੋ। ਇਹਨਾਂ ਨੇ ਕੇਵਲ ਮੈਨੂੰ ਇਕੱਲੇ ਨੂੰ ਨਹੀਂ ਪ੍ਰੇਰਿਆ, ਇਹਨਾਂ ਨੇ ਪਤਾ ਨਹੀਂ ਮੇਰੇ ਵਰਗੇ ਕਿੰਨੇ ਕੁ ਮੰਗਤੇ ਹੋਰ ਇਹਨਾਂ ਬ੍ਰਾਹਮਣਾਂ ਨੇ ਪ੍ਰੇਰਨਾ ਕਰ ਕਰਕੇ ਤਿਆਰ ਕਰ ਕਰਕੇ ਤੁਹਾਡੇ ਤੱਕ ਲੈ ਕੇ ਆਉਣੇ ਨੇ। ਪਰ ਤੁਸੀਂ ਆਪਣੇ ਉਸ ਵਿਸ਼ੇ ਤੋਂ, ਆਪਣੀ ਮੰਜ਼ਿਲ ਤੋਂ ਵੇਖੋ, ਸਿੱਖੋ, ਕਿਤੇ ਭਟਕ ਨਾ ਜਾਇਓ। ਇਹਦਾ ਵਿਚਾਰੇ ਦਾ ਕੋਈ ਕਸੂਰ ਨਹੀਂ, ਅਸੀਂ ਮੋਹਰਾਂ ਦਿੰਨੇ ਆ, ਸਾਡੇ ਵੱਲੋਂ ਚੁੱਪ ਕਰ ਜਾਂਦਾ ਹੈ, ਉਹ ਵੱਧ ਦੇ ਦਿੰਦੇ ਨੇ ਤੇ ਇਹ ਜ਼ਿਆਦਾ ਬੋਲਣ ਲੱਗ ਜਾਂਦਾ ਹੈ। ਇਸ ਲਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਤੋਂ ਵੀ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ। ਇੱਥੇ ਜਿਹੜੇ ਬਚਨ ਆਏ ਨੇ, ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਦੂਜਾ ਜਿਹੜਾ ਪਹਿਲਾ ਵਿਸ਼ਾ ਆਪਾਂ ਵਾਚਿਆ ਸੀ ਕਿ ਬੁਰਾ ਨਾ ਕੋਈ ਯੁਧਿਸ਼ਟਰ ਹੈ ਤੇ ਦੁਰਯੋਧਨ ਕੋ ਭਲਾ ਨਾ ਪੇਖੈ। ਜਿਵੇਂ ਯੁਧਿਸ਼ਟਰ ਨੂੰ ਕੋਈ ਵੀ ਸਾਰੇ ਪਿੰਡ ਵਿੱਚੋਂ ਕੋਈ ਵੀ ਬੁਰਾ ਤੇ ਔਗੁਣਹਾਰਾ ਨਹੀਂ ਦਿਖਾਈ ਦਿੱਤਾ। ਕਿਉਂਕਿ ਉਹਦੇ ਵਿੱਚ ਆਪ ਗੁਣ ਸਨ, ਉਹ ਪਰ ਉਪਕਾਰੀ ਸੀ, ਭਲਾ ਸੀ। ਤੇ ਦੁਰਯੋਧਨ ਨੂੰ ਉਸੇ ਪਿੰਡ ਵਿੱਚੋਂ ਚੰਗਾ ਨਹੀਂ ਲੱਭਿਆ, ਕਹਿੰਦਾ ਜੀ ਚੰਗਾ ਹੈ ਹੀ ਕੋਈ ਨਹੀਂ। ਦਰਅਸਲ ਦੁਰਯੋਧਨ ਦੀ ਬਿਰਤੀ ਹੀ ਆਪਣੀ ਖੁਦ ਇਦਾਂ ਦੀ ਸੀ। ਇੱਥੇ ਗੱਲ ਕਿਸੇ ਦੁਰਯੋਧਨ ਜਾਂ ਯੁਧਿਸ਼ਟਰ ਦੀ ਭਾਈ ਗੁਰਦਾਸ ਸਾਹਿਬ ਨਹੀਂ ਕਰਦੇ, ਉਹ ਕੇਵਲ ਇੱਕ ਪ੍ਰਮਾਣ ਦਿੰਦੇ ਨੇ ਕਿ ਬੰਦਿਆ ਹੁਣ ਤੂੰ ਦੋਵਾਂ ਦੇ ਵਿੱਚੋਂ ਬਿਰਤੀ ਤੂੰ ਵੇਖ ਕਿੱਦਾਂ ਦੀ ਬਣਾਉਣੀ ਹੈ, ਤੇ ਜਿੱਦਾਂ ਦੀ ਤੇਰੀ ਬਿਰਤੀ ਹੋਏਗੀ, ਜੈਸੀ ਦ੍ਰਿਸ਼ਟੀ ਵੈਸੀ ਤੈਨੂੰ ਸ੍ਰਿਸ਼ਟੀ ਸੰਸਾਰ ਨਜ਼ਰ ਆਏਗਾ। ਤੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਗਲੇ ਬੋਲਾਂ ਦੇ ਵਿੱਚ ਜ਼ਿਕਰ ਕਰਦੇ ਨੇ, ਰਾਤ ਕਾਰਨ ਧਨ ਸੰਚੀਐ ਭਲ ਕੇ ਚੱਲਣ ਹੋਏ। ਭਲ ਕੇ ਦੇ ਅਰਥ ਨੇ ਕੱਲ। ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਲਗਭਗ 1604 ਵਿੱਚ ਅਗਲੇ ਬੀਕੇ ਆਪਾਂ 1 ਸਤੰਬਰ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ 30 ਸਤੰਬਰ ਨੂੰ ਸੰਪੂਰਨਤਾ ਹੋ ਗਈ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ। ਤੇ 1 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਸੀ। ਉਹ ਆਪਾਂ ਅਗਲੇ ਬੀਕੇ ਮਨਾਵਾਂਗੇ। ਸਾਰੀ ਬੇਨਤੀ ਕਰਾਂਗੇ ਕਿਵੇਂ ਮੇਰੇ ਗੁਰੂ ਸਾਹਿਬਾਨਾਂ ਨੇ ਵੱਖੋ ਵੱਖ ਸੂਬਿਆਂ ਦੇ ਵਿੱਚੋਂ ਜਿਹੜੇ 15 ਭਗਤ ਸਨ ਉਹਨਾਂ ਦੀ ਬਾਣੀ ਦਰਜ ਕੀਤੀ, 4 ਗੁਰਸਿੱਖਾਂ ਦੀ ਬਾਣੀ ਦਰਜ ਕੀਤੀ ਤੇ 5 ਗੁਰੂ ਸਾਹਿਬਾਨਾਂ ਦੀ
ਲਗਭਗ 7000 ਸ਼ਬਦਾਂ ਦਾ ਸੰਗ੍ਰਹਿ ਮੇਰੇ ਗੁਰੂ ਸਾਹਿਬ ਨੇ ਇਕੱਤਰ ਕਰਕੇ ਤੇ ਸਾਡੇ ਸਾਹਮਣੇ ਅੱਜ ਪ੍ਰਕਾਸ਼ਮਾਨ ਰੂਪ ਦੇ ਵਿੱਚ ਆਪਾਂ ਦਰਸ਼ਨ ਕਰਕੇ ਪੜ੍ਹ ਕੇ ਗੁਰੂ ਤੋਂ ਬੇਅੰਤ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖ ਸਕਦੇ ਹਾਂ। ਮੇਰੇ ਸਤਿਗੁਰੂ ਜੀ ਕਹਿੰਦੇ ਇਹ ਮੈਂ ਤਾਂ ਅਰਜ਼ ਕੀਤੀ ਭਲਕੇ ਲਫ਼ਜ਼ ਨੇ ਬਿਲਕੁਲ ਪੇਂਡੂ ਭਾਸ਼ਾ ਦਾ, ਸਾਡੀ ਭਾਸ਼ਾ ਦਾ ਬੋਲ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਲਿਖਿਆ ਹੈ। ਅੱਜ ਵੀ ਜਿਹੜੇ ਬਜ਼ੁਰਗ ਨੇ ਉਹ ਜਦੋਂ ਬੋਲਦੇ ਨੇ ਉਹ ਕਹਿੰਦੇ ਵੀ ਆਪਾਂ ਕਦੋਂ ਜਾਣਾ ਹੈ ਉੱਥੇ, ਦੂਜਾ ਕਹਿੰਦਾ ਭਲਕੇ ਚੱਲਾਂਗੇ। ਤੇ ਸਤਿਗੁਰੂ ਜੀ ਵੀ ਕਹਿੰਦੇ ਰਾਤ ਕਾਰਨ ਧਨ ਸੰਚੀਐ ਦੇ ਅਰਥ ਨੇ ਇਕੱਠਾ ਕਰਨਾ। ਕਹਿੰਦੇ ਜੇ ਕੋਈ ਬੰਦਾ ਰਾਤ ਨੂੰ ਬਹੁਤ ਮਾਇਆ ਇਕੱਠੀ ਕਰ ਲਵੇ, ਭਲਕੇ ਚੱਲਣ ਹੋਏ, ਬਹੁਤ ਉਹਨੇ ਪਦਾਰਥ ਇਕੱਠੇ ਕਰ ਲਏ ਤੇ ਦੂਜੇ ਦਿਨ ਉਹਨੂੰ ਤੁਰਨਾ ਪੈ ਜੇ, ਸਾਰਾ ਕੁਝ ਉੱਥੋਂ ਛੱਡ ਕੇ ਜਾਣਾ ਪੈ ਜੇ, ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ। ਉਹ ਬੰਦੇ ਨੇ ਇੰਨਾ ਕੁ ਕੁਝ ਇਕੱਠਾ ਕਰ ਲਿਆ ਹੋਵੇ ਪਰ ਉਹ ਸੁਬਾਹ ਉਹਨੂੰ ਪਤਾ ਲੱਗ ਜੇ ਵੀ ਇਹ ਮੈਨੂੰ ਮਕਾਨ, ਇਹ ਘਰ ਖਾਲੀ ਕਰਨਾ ਪੈਣਾ ਹੈ। ਉਸ ਬੰਦੇ ਨੂੰ ਪਤਾ ਹੈ ਕਿ ਉਹਨੂੰ ਪਛਤਾਵਾ ਕਿੰਨਾ ਹੋਣਾ ਹੈ, ਕਿੰਨਾ ਦੁਖੀ ਹੋਣਾ ਵੀ ਮੈਂ ਇੰਨੀ ਮਿਹਨਤ ਕੀਤੀ ਰਾਤ ਦਿਨ। ਅੱਜ ਵੀ ਵੇਖੋ ਆਪਾਂ ਇਹਨਾਂ ਮੁਲਕਾਂ ਵਿੱਚ ਰਾਤ ਦਿਨ ਮਿਹਨਤ ਕਰਦੇ ਆ, ਕਿਰਤ ਕਰਦੇ ਆ, ਪਰ ਬੰਦੇ ਨੂੰ ਆਪਣੇ ਲਈ ਵੀ, ਜੇ ਤੁਸੀਂ ਮਿਹਨਤ ਕਰ ਰਹੇ ਹੋ ਨਾ, ਆਪਣੇ ਲਈ ਵੀ ਸੋਹਣੇ ਬਸਤਰ ਜਾਂ ਲੀੜਾ ਕੱਪੜਾ ਆਦਿਕ ਆਪ ਵੀ ਉਸ ਪੈਸੇ ਦੇ ਨਾਲ ਸਾਨੂੰ ਵਧੀਆ ਜ਼ਿੰਦਗੀ ਬਤੀਤ ਕਰਕੇ ਜਾਣੀ ਚਾਹੀਦੀ। ਮੈਂ ਸ਼ਾਇਦ ਕਈ ਦਫਾ ਅਰਜ਼ ਕੀਤੀ, ਆਸਟ੍ਰੇਲੀਆ ਵਿੱਚ ਬਜ਼ੁਰਗ ਮਿਲਿਆ ਤੇ ਉਹ ਗੁਰਦੁਆਰੇ ਆਉਂਦਾ ਸੀ ਹਮੇਸ਼ਾ, ਆ ਕੇ ਵਿਚਾਰਾ ਆਪਣਾ ਬੋਝ ਹਲਕਾ ਕਰ ਲੈਂਦਾ ਸੀ। ਉਹ ਕਹਿੰਦਾ ਗਿਆਨੀ ਜੀ ਮੈਂ 4 ਘਰ ਬਣਾਏ ਬੱਚਿਆਂ ਵਾਸਤੇ, ਤੇ ਜਦੋਂ ਮੈਂ ਆਪਣੇ ਪੁੱਤਰਾਂ ਨੂੰ ਆਖਿਆ ਮੈਂ ਤੁਹਾਡੇ ਲਈ 4 ਘਰ ਬਣਾਏ ਨੇ, ਉਹ ਕਹਿੰਦੇ ਵੀ ਅਸੀਂ ਕਿਹੜਾ ਤੈਨੂੰ ਆਖਿਆ ਸੀ ਭਾਵੇਂ 10 ਬਣਾ ਲੈਂਦਾ। ਕਹਿੰਦੇ ਮੈਲਬੌਰਨ ਤੋਂ ਜਾ ਕੇ ਸਿਡਨੀ ਬਹਿ ਗਏ ਨੇ, ਭਾਵ ਉਹਨਾਂ ਨੇ ਇਸ ਗੱਲ ਨੂੰ ਇਉਂ ਨਹੀਂ ਆਖਿਆ ਬਾਪੂ ਬੜੀ ਮਿਹਨਤ ਕੀਤੀ ਤੇਰਾ ਧੰਨਵਾਦ, ਸਗੋਂ ਅੱਗੋਂ ਕਹਿੰਦੇ ਵੀ ਭਾਵੇਂ 4 ਦੇ 10 ਬਣਾ ਲੈਂਦਾ, ਅਸੀਂ ਕਿਹੜਾ ਤੈਨੂੰ ਆਖਿਆ ਸੀ। ਉਹ ਕਹਿੰਦਾ ਮੈਂ ਚੰਗਾ ਪਹਿਨ ਕੇ ਨਹੀਂ ਵੇਖਿਆ, ਚੰਗਾ ਹੰਢਾ ਕੇ ਨਹੀਂ ਵੇਖਿਆ, ਚੱਜ ਦੀ ਕੋਈ ਗੱਡੀ ਸਾਧਨ ਨਹੀਂ ਖਰੀਦਿਆ, ਪਰ ਕਹਿੰਦੇ ਇਨਾਮ ਵੇਖੋ ਮੈਨੂੰ ਇਹਨਾਂ ਨੇ ਕੀ ਦੇ ਦਿੱਤਾ ਹੈ। ਮੇਰੇ ਸਤਿਗੁਰੂ ਜੀ ਕਹਿੰਦੇ ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲੀ। ਬੰਦਾ ਸਾਰੀ ਜ਼ਿੰਦਗੀ ਕਮਾਉਂਦਾ ਰਵੇ ਤੇ ਅਖੀਰ ਵੇਖੋ ਕਿ ਬੇਨਤੀ ਕਰਾਂ, ਵੇਖ ਬੰਦਿਆ ਜਦੋਂ ਤੇਰੇ ਸਰੀਰ ਦੇ ਵਿੱਚੋਂ ਸਵਾਸ ਨਿਕਲ ਜਾਣੇ ਨੇ, ਕੋਈ ਵਿਰਲੇ ਹੋਣਗੇ ਬਾਅਦ ਵਿੱਚ ਜਿਹੜੇ ਬੜੇ ਪ੍ਰੇਮ ਪਿਆਰ ਦੇ ਨਾਲ ਤੇਰਾ ਸੰਸਕਾਰ ਕਰਨਗੇ ਜਾਂ ਵਧੀਆ ਢੰਗ ਦੇ ਨਾਲ, ਜਾਂ ਕੋਈ ਪੂਜਾ ਪਾਠ ਹੋਏਗੀ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨਗੇ, ਨਹੀਂ ਤਾਂ ਤੇਰੇ ਚੱਲੇ ਜਾਣ ਤੋਂ ਬਾਅਦ ਤੇਰਿਆਂ ਆਪਣਿਆਂ ਨੇ ਖੁਸ਼ੀ ਮਨਾਉਣੀ ਹੈ ਵੀ ਚਲੋ ਚੰਗਾ ਹੋਇਆ। ਪਾਤਸ਼ਾਹ ਕਹਿੰਦੇ ਨਾਨਕ ਨਾਲ ਨਾ ਚੱਲਣੀ, ਜਿਵੇਂ ਰਾਤ ਨੂੰ ਮਾਇਆ ਇਕੱਠੀ ਕੀਤੀ ਤੇ ਨਾਲ ਨਾ ਜਾਵੇ ਤੇ ਬੰਦੇ ਨੂੰ ਪਛਤਾਵਾ ਹੁੰਦਾ ਹੈ, ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਮਨੁੱਖਾ ਜਨਮ ਪ੍ਰਾਪਤ ਕਰਕੇ ਤੂੰ ਕੇਵਲ ਤੇ ਕੇਵਲ ਔਗਣ ਹੀ ਔਗਣ ਇਕੱਠੇ ਕੀਤੇ, ਗੁਣ ਜੀਵਨ ਵਿੱਚ ਤੂੰ ਧਾਰਨ ਨਹੀਂ ਕੀਤੇ, ਤੇ ਸਤਿਗੁਰੂ ਜੀ ਕਹਿੰਦੇ ਫਿਰ ਪਛਤਾਵੇ ਤੋਂ ਬਿਨਾਂ ਤੈਨੂੰ ਕੁਝ ਨਹੀਂ ਮਿਲਣਾ। ਤੇ ਅੱਗੇ ਮੇਰੇ ਸਤਿਗੁਰਾਂ ਨੇ ਬੜਾ ਪਿਆਰਾ ਜ਼ਿਕਰ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਮਹੱਲਾ ਦੂਜਾ ਪਹਿਲਾ, ਜਦੋਂ ਇਹ ਬਚਨ ਆਉਂਦੇ ਨਾ ਬਾਣੀ ਵਿੱਚ ਮਹੱਲਾ ਪਹਿਲਾ, ਤਾਂ ਸਮਝ ਲਓ ਪਹਿਲੇ ਪਾਤਸ਼ਾਹ ਦੀ ਬਾਣੀ ਚੱਲ ਰਹੀ ਹੈ। ਮਹੱਲਾ ਦੂਜਾ ਸਮਝ ਲਓ ਇਹ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਬਾਣੀ ਹੈ। ਸਾਨੂੰ ਇਹ ਛੋਟੀਆਂ ਛੋਟੀਆਂ ਬਰੀਕੀ ਵਾਲੀਆਂ ਗੱਲਾਂ, ਜੇ ਆਪਾਂ ਕਿਸੇ ਨੂੰ ਕਹੀਏ ਤੂੰ ਗੁਰਦੁਆਰੇ ਜਾਂਦਿਆਂ ਕਿੰਨਾ ਚਿਰ ਹੋ ਗਿਆ, ਪੰਜਾਬ ਦੀ ਤੁਸੀਂ ਗੱਲ ਲਾ ਲਓ, ਜੇ ਕਿਸੇ ਬਜ਼ੁਰਗ ਨੂੰ ਕਹਿ ਦਈਏ ਕਿੰਨਾ ਚਿਰ ਹੋ ਗਿਆ ਗੁਰਦੁਆਰੇ ਜਾਂਦਿਆਂ, ਉਹ ਕਹਿੰਦੇ 10 ਸਾਲ ਹੋ ਗਏ। ਜੇ ਕਹੀਏ ਵੀ 5 ਪਿਆਰਿਆਂ ਦੇ ਨਾਂ ਸੁਣਾਓ ਜਾਂ 5 ਪੌੜੀਆਂ ਹੀ ਸੁਣਾ ਦਿਓ ਕੰਠ ਕਰਕੇ, ਕਹਿੰਦਾ ਨਹੀਂ ਮੈਨੂੰ ਤੇ ਪਤਾ ਨਹੀਂ। ਫਿਰ ਮੈਂ ਕਹਿਣਾ ਹੁੰਦਾ ਵੀ 10 ਸਾਲ ਪਤਾਸੇ ਖਾਂਦੇ ਰਿਹਾ, ਵੀ 10 ਸਾਲ ਇਕੱਲਾ ਪ੍ਰਸ਼ਾਦ ਹੀ ਛਕਦੇ ਰਹੇ, ਵੀ ਜੇ 5 ਪੌੜੀਆਂ ਬਾਰੇ ਜਾਂ ਗੁਰੂ ਸਾਹਿਬ ਦੇ ਪ੍ਰਕਾਸ਼ ਸੁਖਾਸਨ ਬਾਰੇ ਨਹੀਂ ਸਾਨੂੰ ਪਤਾ ਚੱਲਿਆ, ਫਿਰ 10 ਦੀ ਜਗ੍ਹਾ ਭਾਵੇਂ 20 ਸਾਲ ਜਾਂਦੇ ਰਹੋ। ਹੁਣ ਉਹ ਗੱਲ ਕੀਤੀ ਹੈ ਗੁਰੂ ਨੇ, ਬੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਗੁਣ ਦੇ ਅਰਥ ਨੇ ਲਾਭ, ਉਪਕਾਰ ਦੇ ਅਰਥ ਨੇ ਦੂਜੇ ਦਾ ਭਲਾ। ਬੱਦਾ ਚੱਟੀ ਦੇ ਅਰਥ ਹੁੰਦੇ ਨੇ, ਤੇ ਆਮ ਹੀ ਬਚਨ ਹੈ, ਆਪਾਂ ਕਹਿੰਦੇ ਫਲਾਣੇ ਬੰਦੇ ਨੂੰ ਮੈਂ ਕੰਮ ਆਖਿਆ ਸੀ, ਉਹਨੇ ਕੰਮ ਕਾਹਦਾ ਕੀਤਾ, ਮੈਂ ਬੱਦਾ ਚੱਟੀ ਕਰੀ ਗਿਆ। ਬੱਦਾ ਚੱਟੀ ਵਿੱਚ ਕੀਤੇ ਹੋਏ ਕੰਮ ਦਾ ਨਾ ਤਾਂ ਆਪ ਨੂੰ ਸਵਾਦ ਆਉਂਦਾ, ਆਨੰਦ ਆਉਂਦਾ,
ਤੇ ਜਿਹਦਾ ਕੰਮ ਆਪਾਂ ਕਰੇ ਉਹਨੂੰ ਕਿੱਥੋਂ ਆਊ, ਜਿਹਦਾ ਚੰਗਾ ਭਲਾ ਬਣਿਆ ਹੋਇਆ ਕੰਮ ਵੀ ਆਪਾਂ ਖਰਾਬ ਕਰ ਦਿੱਤਾ। ਮੇਰੇ ਸਤਿਗੁਰੂ ਜੀ, ਇਹ ਗੱਲ ਕਿਸੇ ਇਕੱਲੇ ਕੰਮ ਦੀ ਨਹੀਂ ਹੋ ਰਹੀ, ਇਹ ਵੀ ਗੱਲ ਅੰਦਰੂਨੀ ਤੌਰ ਤੇ ਹੋ ਰਹੀ ਹੈ ਕਿ ਬੰਦਿਆ ਤੈਨੂੰ ਮਨੁੱਖਾ ਜਨਮ ਮਿਲਿਆ, ਘਰ ਵਿੱਚ ਤੂੰ ਰਹਿਣਾ, ਨਾ ਤੂੰ ਆਪ ਵਧੀਆ ਜੀਵਨ ਬਤੀਤ ਕਰ ਰਿਹਾ, ਨਾ ਤੂੰ ਦੂਜੇ ਨੂੰ ਜੀਵਨ ਵਧੀਆ ਬਤੀਤ ਕਰਨ ਦਿੰਦਾ ਹੈ, ਆਪ ਵੀ ਦੁਖੀ ਹੈ, ਤੇਰੇ ਇਕੱਲੇ ਕਰਕੇ ਸਾਰਾ ਟੱਬਰ ਵੀ ਦੁਖੀ ਹੈ। ਕਹਿੰਦੇ ਫਿਰ ਇਸ ਜੀਵਨ ਦਾ ਲਾਹਾ ਕੀ ਹੈ? ਬੱਦਾਂ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਨਾ ਤੇਰਾ ਫਾਇਦਾ ਤੇ ਨਾ ਦੂਜੇ ਦਾ ਫਾਇਦਾ। ਤੇ ਅੱਗੇ ਬਚਨ ਕਰਦੇ ਨੇ, ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ। ਸੇਤੀ ਦੇ ਅਰਥ ਹੁੰਦੇ ਨੇ ਨਾਲ। ਜੇ ਕੋਈ ਕਾਰਜ, ਕੋਈ ਵੀ ਕੰਮ, ਪਾਠ ਕਰ ਲਓ, ਸੇਵਾ ਕਰ ਲਓ, ਕੋਈ ਵੀ ਕਾਰਜ ਤੁਸੀਂ ਖੁਸ਼ੀ ਨਾਲ ਕਰ ਰਹੇ ਹੋ ਨਾ, ਖੁਸ਼ੀ ਨਾਲ ਤੁਹਾਨੂੰ ਵੀ ਖੁਸ਼ੀ ਮਹਿਸੂਸ ਹੋਵੇਗੀ, ਦੇਖਣ ਵਾਲੇ ਨੂੰ ਆਟੋਮੈਟਿਕ ਹੀ ਪਤਾ ਚੱਲ ਜਾਣਾ ਵੀ ਕਿੰਨੀ ਖੁਸ਼ੀ ਨਾਲ, ਕਿੰਨੀ ਭਾਵਨਾ ਦੇ ਨਾਲ ਇਹ ਕੰਮ ਕਰ ਰਿਹਾ ਹੈ, ਕਿਉਂਕਿ ਖੁਸ਼ੀ ਉਹਦੇ ਚਿਹਰੇ ਤੋਂ ਹੀ ਝਲਕ ਪੈਂਦੀ ਹੈ। ਵਿਖਾਵੇ ਦੀ ਖੁਸ਼ੀ ਵੀ ਝਲਕ ਪੈਂਦੀ ਹੈ ਤੇ ਜਿਹੜੀ ਅੰਦਰੋਂ ਪਿਆਰ ਵਾਲੀ ਹੁੰਦੀ ਹੈ ਉਹ ਵੀ ਚਿਹਰਾ ਹੀ ਦੱਸ ਦਿੰਦਾ ਹੈ। ਸਤਿਗੁਰੂ ਜੀ ਕਹਿੰਦੇ, ਸੇਤੀ ਖੁਸ਼ੀ ਸਵਾਰੀ ਹੈ, ਖੁਸ਼ੀ ਦੇ ਨਾਲ ਕੀਤਾ ਹੋਇਆ ਕੰਮ, ਕਹਿੰਦੇ ਆਪ ਨੂੰ ਵੀ ਖੁਸ਼ੀ ਮਿਲਦੀ ਹੈ ਤੇ ਦੂਜੇ ਨੂੰ ਵੀ। ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਕਹਿੰਦੇ ਫਿਰ ਉਹ ਕੀਤਾ ਹੋਇਆ ਕਾਰਜ ਸ੍ਰਿਸ਼ਟ ਉਹ ਸਫਲ ਹੋ ਜਾਂਦਾ ਹੈ। ਮਹੱਲਾ ਦੂਜਾ, ਮਨ ਹਠ ਤਰਫੂ ਨਾ ਜੇ ਪਈ, ਜੇ ਬਹੁਤਾ ਕਾਲੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਜਿਹੜਾ ਆਪ ਜੀ ਬਾਹਰ ਦਰਸ਼ਨ ਕਰਦੇ ਹੋ, ਤੋ ਸਤਿਗੁਰੂ ਜੀ ਕਹਿੰਦੇ ਮਨ ਦੇ ਹੱਠ ਦੇ ਨਾਲ, ਮਨ ਹੱਠ ਤਰਫ, ਤਰਫ ਦੇ ਅਰਥ ਨੇ ਰੱਬ ਵਾਲਾ ਪਾਸਾ। ਕਹਿੰਦੇ ਜੇ ਕੋਈ ਇਹ ਜਿੱਦ ਕਰੇ ਮੈਂ ਰੱਬ ਨੂੰ ਪਾ ਲੂੰ, ਜੇ ਇਹ ਵੀ ਕੋਈ ਕਵੇ ਵੀ ਪਰਮਾਤਮਾ ਹੈ ਨਹੀਂ, ਵੀ ਮੈਂ ਨਹੀਂ ਮੰਨਦਾ, ਵੀ ਵਿਖਾਓ ਰੱਬ ਕਿੱਥੇ ਹੈ। ਹੁਣ ਇਸ ਸਮੇਂ ਦੀ ਉਦਾਹਰਨ ਲੈ ਲਓ, ਕਰੋਨਾ ਹੈਗਾ, ਵਿਖਾਈ ਦੇ ਰਿਹਾ, ਕਿਸੇ ਨੇ ਵੇਖਿਆ ਕਰੋਨਾ ਕਿੱਦਾਂ ਦਾ ਹੈ? ਪੀਲੇ ਰੰਗ ਦਾ ਹੈ, ਕਾਲਾ ਹੈ, ਚਿੱਟਾ ਹੈ, ਕਿੱਦਾਂ ਦਾ ਹੈ? ਮੰਨਦੇ ਹੋ ਸਾਰੇ ਆਪਾਂ ਮੂੰਹ ਵਲੇਟ ਕੇ ਰੱਖਦੇ ਆ ਨਾ ਸਾਰੇ, ਕਿਉਂ? ਪਰ ਕਰੋਨਾ ਵਿਖਾਈ ਨਹੀਂ ਦੇ ਰਿਹਾ, ਮੰਨ ਤਾਂ ਰਹੇ ਨੇ ਵੀ ਹੈਗਾ। ਤੇ ਫਿਰ ਜਦੋਂ ਰੱਬ ਦੀ ਗੱਲ ਆਉਂਦੀ ਹੈ ਉਦੋਂ ਆਪਾਂ ਕਿਉਂ ਕਹਿੰਦੇ ਵੀ ਪਰਮਾਤਮਾ ਤੇ ਹੈ ਹੀ ਕੋਈ ਨਹੀਂ, ਉਹ ਵਾਹਿਗੁਰੂ ਤਾਂ ਹੈ ਹੀ ਕੋਈ ਨਹੀਂ। ਇੱਕ ਦੁਨਿਆਵੀ ਬਿਮਾਰੀ ਨੂੰ ਡਰਦੇ ਮਾਰੇ ਮੰਨਣ ਨੂੰ ਤਿਆਰ ਹਾਂ, ਪਰ ਉਸ ਪਰਮਾਤਮਾ ਨੂੰ ਅਸੀਂ ਮੰਨਣ ਨੂੰ, ਮਹਿਸੂਸ ਕਰਨ ਨੂੰ ਕਿਉਂ ਨਹੀਂ ਤਿਆਰ? ਖੈਰ ਸਤਿਗੁਰੂ ਜੀ ਜ਼ਿਕਰ ਕਰਦੇ ਨੇ, ਮਨ ਹੱਠ ਤਰਫ ਨਾ ਜੇ ਪਈ, ਜੇ ਬਹੁਤਾ ਘਾਲੇ। ਰੱਬ ਕਹਿੰਦੇ ਮਨ ਦੇ ਹੱਠ ਜਿੱਦ ਨਾਲ ਨਹੀਂ ਮਿਲਦਾ, ਰੱਬ ਵਾਲਾ ਪਾਸਾ, ਰੱਬੀ ਗੁਣ ਜਿੱਦ ਨਾਲ ਨਹੀਂ ਮਿਲਦੇ। ਬਹੁਤਾ ਘਾਲੇ, ਜਿੰਨੀ ਮਰਜ਼ੀ ਘਾਲਣਾ ਕਰ ਲਈ, ਧੂਣੇ ਤਾਪ ਲਈ, ਪ੍ਰਾਣਾਯਮ ਕਰਨੀ, ਨਿਉਲੀ ਕਰਮ ਕਰ ਲਈ, ਪਖੰਡ ਕਰ ਲਈ, ਕਹਿੰਦੇ ਰੱਬ ਐਦਾਂ ਦਾ ਨਹੀਂ ਮਿਲਦਾ। ਵਿਖਾਵਾ ਕਰਨੀ, ਫਿਰ ਕਹਿੰਦੇ ਰੱਬ ਮਿਲੇਗਾ ਕਿੱਦਾਂ? ਗੁਰੂ ਨੇ ਦੋਵੇਂ ਗੱਲਾਂ ਦੱਸ ਦਿੱਤੀਆਂ। ਪਹਿਲਾਂ ਕਹਿ ਦਿੱਤਾ ਵੀ ਰੱਬ ਐਦਾਂ ਨਹੀਂ ਮਿਲਦਾ, ਤੇ ਫਿਰ ਨਾਲ ਦੀ ਨਾਲ ਉਹ ਪਾਸਾ ਲੁਕੋ ਕੇ ਨਹੀਂ ਰੱਖਿਆ, ਦੱਸ ਵੀ ਦਿੱਤਾ ਵੀ ਰੱਬ ਨੂੰ ਮਿਲਣ ਦਾ ਆਹ ਤਰੀਕਾ ਹੈ। ਕਿਹੜਾ? ਪੁੱਛੀਏ ਸਤਿਗੁਰਾਂ ਨੂੰ। ਮਨ ਹੱਠ ਤਰਫ ਨਾ ਜੇ ਪਈ, ਜੇ ਬਹੁਤਾ ਕਾਲੇ। ਹੁਣ ਅੱਗੋਂ ਤਰੀਕਾ ਦੱਸ ਰਹੇ ਨੇ, ਤਰਫ ਜਿਣੈ ਸਤ ਭਾਉ ਦੇ, ਜਨ ਨਾਨਕ ਸ਼ਬਦ ਵਿਚਾਰੇ। ਬਿਲਕੁਲ ਸੌਖੇ ਸ਼ਬਦ ਨੇ। ਤਰਫ ਜਿਣੈ, ਜਿਣੈ ਦੇ ਅਰਥ ਨੇ ਜਿੱਤਣਾ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਵੀ ਜਿਵੇਂ ਜਿੱਦ ਕਰਕੇ, ਹੱਠ ਕਰਕੇ ਰੱਬ ਵਾਲਾ ਪਾਸਾ ਜਿੱਤਿਆ ਨਹੀਂ ਜਾਂਦਾ, ਤਾਂ ਸਤਿਗੁਰੂ ਜੀ ਫਿਰ ਦੱਸ ਦਿਓ ਜਿੱਤਣ ਦਾ ਤਰੀਕਾ ਵੀ ਦੱਸ ਦਿਓ। ਸਤਿਗੁਰੂ ਕਹਿੰਦੇ ਲੈ ਸੁਣ, ਤਰਫ ਜਿਣੈ ਸਤ ਭਾਉ ਦੇ। ਸਤ ਭਾਉ ਦੇ ਅਰਥ ਨੇ ਪ੍ਰੇਮਾ ਭਗਤੀ, ਭਾਵਨਾ ਦਾ ਹੋਣਾ ਬੜਾ ਲਾਜ਼ਮੀ ਹੈ। ਜਿਹੜਾ ਗੁਰੂ ਦਾ ਸਿੱਖ ਹੈ ਨਾ, ਜੇ ਉਹਨੇ ਗੁਰੂ ਤੋਂ ਕੁਝ ਲੈਣਾ, ਉਹਦੇ ਅੰਦਰ ਭਾਵਨਾ ਦਾ, ਸ਼ਰਧਾ ਦਾ ਹੋਣਾ ਬੜਾ ਲਾਜ਼ਮੀ ਹੈ। ਪਰ ਸ਼ਰਧਾ ਤੁਹਾਡੀ ਅਗਿਆਨਤਾ ਤੇ ਨਾ ਖਲੋਤੀ ਹੋਵੇ, ਤੁਹਾਨੂੰ ਗਿਆਨ, ਤੁਹਾਨੂੰ ਸਮਝ ਹੋਵੇ ਕਿ ਇਸ ਸ਼ਰਧਾ ਵਿੱਚ ਮੇਰੇ ਗੁਰੂ ਦੀ ਖੁਸ਼ੀ ਹੈ। ਹੁਣ ਇਹ ਕਾਹਦੀ ਸ਼ਰਧਾ ਹੋਈ? ਤੁਸੀਂ ਵੇਖੋ ਪਿੰਡਾਂ ਵਿੱਚ ਕਈ ਨਾ ਬੀਬੀਆਂ ਹੁਣ ਤੇ ਚਲੋ ਸਿਆਣੀਆਂ ਹੋ ਗਈਆਂ ਵਿਚਾਰੀਆਂ, ਜੋ ਤਾਬਿਆਂ ਸੀ ਬੈਠੇ ਹੁੰਦੇ ਨਾ ਤੇ ਮੰਜੀ ਸਾਹਿਬ ਦੇ ਪਾਵੇ ਘੁੱਟਣ ਲੱਗ ਜਾਣਾ। ਮੈਂ ਇੱਕ ਦਿਨ ਪਾਠ ਕਰੀ ਜਾਵਾਂ ਤਾਂ ਜਦੋਂ ਪਾਵੇ ਘੁੱਟੇ ਮੰਜੀ ਸਾਹਿਬ ਹਿੱਲਿਆ, ਮੈਂ ਵੀ ਡਰ ਗਿਆ, ਮੈਂ ਪਤਾ ਨਹੀਂ ਕੀ ਹੋ ਗਿਆ। ਉਹ ਬਾਅਦ 'ਚ ਮੈਂ ਆਖਿਆ ਮਾਤਾ ਜੀ ਇਹ ਕੀ ਕਰਦੇ ਹੋ? ਕਹਿੰਦੇ ਬਾਬਾ ਜੀ ਦੇ ਚਰਨ ਘੁੱਟਦੇ ਆ। ਮੈਂ ਕਿਹਾ ਭਲੀਏ ਇਹ ਚਰਨ ਨਹੀਂ ਮਹਾਰਾਜ ਦੇ, ਇਹ ਤਾਂ ਮੰਜੀ ਸਾਹਿਬ ਦੇ ਪਾਵੇ ਨੇ।
ਇਹ ਤਾਂ ਜੇ ਰੋਜ਼ ਤੁਸੀਂ ਸਾਰਾ ਪਿੰਡ ਘੁੱਟਦਾ ਰਿਹਾ, ਇਹ ਤਾਂ ਟੁੱਟ ਹੀ ਜਾਣਗੇ, ਇਹ ਤਾਂ ਟੁੱਟੇ ਹੀ ਰਿਹਾ ਕਰਨਗੇ। ਗੁਰੂ ਦੇ ਚਰਨ ਕੀ ਨੇ? ਗੁਰੂ ਦਾ ਉਪਦੇਸ਼। ਜਨ ਕੇ ਚਰਨ ਵਸੈ ਮੇਰਾ ਹੀ ਹਰੈ, ਸੰਗ ਪੁਨੀਤਾ ਦੇਹੀ। ਗੁਰੂ ਦਾ ਉਪਦੇਸ਼ ਹੀ ਗੁਰੂ ਦੇ ਚਰਨ ਨੇ। ਤੇ ਇੱਥੇ ਬਚਨ ਆਇਆ, ਤਰਫ ਜਿਣੇ ਸਤ ਭਾਉ ਦੇ, ਜਨ ਨਾਨਕ ਸ਼ਬਦ ਵਿਚਾਰੇ। ਗੁਰੂ ਵਾਲਾ ਪਾਸਾ ਜਿੱਤਣਾ ਕਿੱਦਾਂ ਹੈ? ਅੰਦਰ ਪ੍ਰੇਮਾ ਭਗਤੀ ਭਾਵਨਾ, ਸਿੱਖ ਦੇ ਮਨ ਵਿੱਚ ਗੁਰੂ ਦੇ ਪ੍ਰਤੀ ਅਥਾਹ ਸ਼ਰਧਾ ਹੋਵੇ ਤਾਂ ਉਹ ਗੁਰੂ ਵਾਲਾ ਬੰਨਾ ਜਿੱਤ ਲੈਂਦਾ ਹੈ। ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਿੱਦਾਂ ਨਾਨਕ ਸ਼ਬਦ ਵਿਚਾਰੇ। ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਾਂਗੇ, ਵਿਚਾਰ ਤੋਂ ਭਾਵ ਹੈ ਗੁਰੂ ਦੇ ਬੋਲਾਂ ਨੂੰ ਜੀਵਨ ਵਿੱਚ ਲਾਗੂ ਕਰਾਂਗੇ। ਪਾਤਸ਼ਾਹ ਕਿਰਪਾ ਕਰਦੇ ਨੇ, ਪੌੜੀ ਕਰਤੈ ਕਾਰਨ ਜਿਨ ਕੀਆ, ਸੋ ਜਾਣੈ ਸੋਈ। ਉਸ ਮਾਲਕ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ। ਕਰਤੈ ਕਾਰਨ, ਕਰਤੈ ਕਾਰਨ ਦੇ ਅਰਥ ਨੇ ਸ੍ਰਿਸ਼ਟੀ ਨੂੰ ਬਣਾਉਣ ਦਾ ਜਿਹੜਾ ਕਾਰਨ ਹੈ ਨਾ, ਉਸ ਮੇਰੇ ਮਾਲਕ ਵਾਹਿਗੁਰੂ ਨੇ ਸ੍ਰਿਸ਼ਟੀ ਬਣਾਈ ਹੈ, ਦੁਨੀਆ ਸਾਜੀ ਹੈ। ਕਿਹਨੇ? ਸੋਈ ਦੇ ਅਰਥ ਨੇ ਵਾਹਿਗੁਰੂ ਨੇ ਆਪ ਹੀ ਬਣਾ ਰਿਹਾ। ਤੇ ਆਪ ਕੀ ਕਰਦਾ? ਆਪੇ ਸ੍ਰਿਸ਼ਟ ਉਪਾਇਨ, ਆਪੇ ਸ੍ਰਿਸ਼ਟੀ ਬਣਾ ਦਿੱਤੀ। ਆਪੇ ਫੁਨ ਗੋਈ, ਆਪੇ ਹੀ ਬਣਾਉਂਦਾ ਜੀਵਾਂ ਨੂੰ ਤੇ ਆਪੇ ਹੀ ਜੀਵਾਂ ਨੂੰ ਖਤਮ ਕਰ ਦਿੰਦਾ ਹੈ। ਜੇ ਮੰਨ ਲਓ ਦੁਨੀਆ ਦੇ ਵਿੱਚ ਜਨਮ ਹੋਈ ਜਾਵੇ, ਪਰ ਇੱਥੋਂ ਦੁਨੀਆ ਦੇ ਵਿੱਚੋਂ ਕੋਈ ਜਾਵੇ ਹੀ ਨਾ, ਫਿਰ ਤਾਂ ਦੁਨੀਆ ਵਿੱਚ ਤਾਂ ਕੀ ਘਰ ਵਿੱਚ ਵੀ ਰਹਿਣ ਵਾਸਤੇ ਜਗ੍ਹਾ ਨਹੀਂ ਮਿਲਣੀ। ਕਿੰਨੇ ਬੈਡਰੂਮ ਹੋਣਗੇ ਘਰ ਵਿੱਚ? 4, 3 ਜਾਂ 5। ਜੇ ਮੰਨ ਲਓ ਪਹਿਲਾਂ ਵਾਲੇ ਬਜ਼ੁਰਗ ਵੀ ਨਾ ਜਾਣ, ਹੋਰ ਵੀ ਆਈ ਜਾਣ, ਫਿਰ ਤੇ ਭਾਵੇਂ 100 ਬੈਡਰੂਮ ਦਾ ਘਰ ਲੈ ਲਈ ਤਾਂ ਵੀ ਥੋੜ੍ਹਾ ਪੈ ਜੂ। ਉਹ ਮਾਲਕ ਵਾਹਿਗੁਰੂ ਭੇਜ ਰਿਹਾ, ਬੱਚਿਆਂ ਦੇ ਰੂਪ ਦੇ ਵਿੱਚ, ਪੁੱਤ ਪੋਤਿਆਂ ਦੇ ਰੂਪ ਵਿੱਚ ਆ ਰਹੇ ਨੇ ਤੇ ਅਗਲੇ ਵਿਦਾ ਹੋ ਰਹੇ ਨੇ। ਭਾਵ ਉਹ ਮਾਲਕ ਨੇ ਸ੍ਰਿਸ਼ਟੀ ਬਣਾਈ ਹੈ ਤੇ ਆਪੇ ਹੀ ਉਹ ਸ੍ਰਿਸ਼ਟੀ ਨੂੰ ਖਤਮ ਕਰਦਾ। ਜੁਗ ਚਾਰੇ ਸਭ ਭਵ ਥਕੀ, ਕਿਨ ਕੀਮਤ ਹੋਈ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਚਾਰੇ ਯੁੱਗਾਂ ਦੇ ਵਿੱਚ ਵੀ ਭ੍ਰਮਣ ਕਰਕੇ ਸੰਸਾਰ ਨੂੰ ਆਪਣੀ ਬਿਰਤੀ ਦੇ ਦੁਆਰਾ ਤੱਕ ਲਈ ਤੂੰ, ਪਰ ਕਹਿੰਦੇ ਉਸ ਮਾਲਕ ਪਰਮਾਤਮਾ ਦੇ ਨਾਮ ਦੀ, ਉਹਦੇ ਗੁਣਾਂ ਦੀ ਕੋਈ ਕੀਮਤ ਨਹੀਂ। ਉਹਦੀ ਕੀਮਤ ਕੀ ਹੈ? ਉਹਨੂੰ ਮੰਨਣਾ ਹੀ ਉਹਦੀ ਕੀਮਤ ਹੈ, ਉਹਨੂੰ ਮਹਿਸੂਸ ਕਰਨਾ ਹੀ ਉਹਦੀ ਕੀਮਤ ਹੈ। ਜੇ ਰੱਬ ਦੀ ਕੀਮਤ ਹੈ ਤਾਂ ਇਹਦਾ ਮਤਲਬ ਵੀ ਉਹਦੀ ਤਾਂ ਫਿਰ ਸੀਮਾ ਹੋ ਗਈ, ਉਹਦੀ ਤਾਂ ਫਿਰ ਕੋਈ ਕੀਮਤ ਹੋ ਗਈ। ਤੇ ਜਿਸ ਚੀਜ਼ ਦੀ ਕੀਮਤ ਹੈ ਤੇ ਉਹਨੇ ਨਾਸ ਹੋ ਜਾਣਾ ਹੈ। ਸਤਿਗੁਰ ਏਕ ਵਿਖਾਲਿਆ, ਮਨ ਤਨ ਸੁਖ ਹੋਈ। ਉਸ ਮਾਲਕ ਵਾਹਿਗੁਰੂ ਨੇ, ਉਸ ਸਤ ਚੇਤਨ ਆਨੰਦ ਸਰੂਪ ਜਿਹੜਾ ਪਰਮਾਤਮਾ ਹੈ, ਉਹ ਸਾਰੀ ਸ੍ਰਿਸ਼ਟੀ ਦੇ ਵਿੱਚੋਂ ਮੈਂ ਇੱਕ ਨੂੰ ਵੇਖਦਾ। ਮਨ ਤੇ ਤਨ ਦੋਵੇਂ ਵਿਆਕਰਨ ਮੁਤਾਬਕ ਜਿਹੜੇ ਇਸ ਬੋਲਾਂ ਨੂੰ ਸਮਝਦੇ ਨੇ, ਇਹਦੇ ਅਰਥ ਨੇ ਦੋਵਾਂ ਨੂੰ ਸਿਹਾਰੀ ਹੈ, ਜਿਹਦੇ ਅਰਥ ਨੇ ਕਿ ਮਨ ਤੇ ਤਨ ਦੋਵੇਂ ਸੁਖੀ ਹੁੰਦੇ ਨੇ। ਮਨ ਤੇ ਤਨ ਕਿੱਦਾਂ ਸੁਖੀ ਹੋਵੇਗਾ? ਜੇ ਤੁਹਾਡਾ ਮਨ ਸੁਖੀ ਹੈ ਨਾ, ਤੇ ਤੁਹਾਡੇ ਚਿਹਰੇ ਦੇ ਉੱਪਰ ਆਪਣੇ ਆਪ ਹੀ ਖੁਸ਼ੀ ਝਲਕੇਗੀ। ਜੇ ਮਨ ਦੁਖੀ ਹੋਵੇਗਾ ਤਾਂ ਚਿਹਰਾ ਆਪਣੇ ਆਪ ਹੀ ਉਦਾਸ ਹੋ ਜਾਂਦਾ ਹੈ। ਮੇਰੇ ਸਤਿਗੁਰੂ ਜੀ ਕਹਿੰਦੇ, ਜਦੋਂ ਮੈਂ ਮਾਲਕ ਨੂੰ ਸਾਰੀ ਸ੍ਰਿਸ਼ਟੀ ਕਾਇਨਾਤ ਕੁਦਰਤ ਵਿੱਚ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਜਦੋਂ ਤੱਕਦਾ, ਤਾਂ ਸਤਿਗੁਰ ਏਕ ਵਿਖਾਲਿਆ। ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਐ, ਕਰਤਾ ਕਰੇ ਸੋ ਹੋਈ। ਗੁਰਮੁਖ ਉਸ ਗੁਰੂ ਦੀ, ਇੱਥੇ ਗੁਰਮੁਖ ਦੇ ਅਰਥ ਨੇ ਗੁਰੂ ਦੀ। ਗੁਰਮੁਖ ਸਦਾ ਸਲਾਹੀਐ। ਬੰਦਿਆ, ਉਸ ਮਾਲਕ ਦੀ ਸਿਫਤ ਸਲਾਹ ਕਰਿਆ ਕਰ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰ। ਕਿਹੜੇ ਦੀ? ਕਰਤਾ ਕਰੇ ਸੋ ਹੋਈ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੇ, ਸਾਜਣ ਵਾਲੇ, ਤੂੰ ਉਸੇ ਦੀ ਸਿਫਤ ਸਲਾਹ ਕਰ। ਉਸ ਮਾਲਕ ਦੇ ਵਾਹਿਗੁਰੂ ਦੇ ਤੂੰ ਰੱਬੀ ਗੁਣ ਗਾਉਣਾ ਕਰ। ਸਤਿਗੁਰੂ ਜੀ ਕਿਰਪਾ ਕਰਨ, ਮਿਹਰ ਕਰਨ। ਇੰਨੀ ਕੁ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰਨੀ। ਸੋ ਸੇਵਕ ਪਰਿਵਾਰ ਸਰਦਾਰ ਅਮਨਪ੍ਰੀਤ ਸਿੰਘ ਜੀ ਔਰ ਸਮੂਹ ਪਰਿਵਾਰ ਦੇ ਵੱਲੋਂ ਪਰਸੋਂ ਰੋਜ਼ ਤੋਂ ਲੈ ਕੇ, ਮੈਂ ਪਹਿਲਾਂ ਵੀ ਅਰਜ਼ ਕੀਤੀ ਸੀ ਕਿ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਪਰਿਵਾਰ ਨੇ ਔਰ ਨਾਲ ਦੇ ਜਿੰਨੇ ਵੀ ਨੌਜਵਾਨ ਵੀਰ ਉਹਨਾਂ ਦੇ ਨਾਲ ਕੰਮ ਕਰਦੇ ਨੇ, ਤਿੰਨੋਂ ਦਿਨ ਇਹਨਾਂ ਨੇ ਰਾਤ ਨੂੰ ਵੀ ਦਰਬਾਰ ਵਿੱਚ ਪਹਿਰਾ ਦਿੱਤਾ। ਜਦੋਂ ਅਖੰਡ ਪਾਠ ਸਾਹਿਬ ਚੱਲਦਾ ਸੀ, ਕੁਝ ਬੱਚੇ ਉੱਪਰ ਬਾਣੀ ਸੁਣਦੇ ਸੀ। ਵੇਖਣ ਨੂੰ ਭਾਵੇਂ ਆਪਾਂ ਕਹਿੰਦੇ ਵੀ ਇਹ ਮੋਨੇ ਨੇ, ਘੋਨੇ ਨੇ, ਇੱਦਾਂ, ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ। ਵੇਖੋ, ਬਾਹਰਲੀਆਂ ਚੀਜ਼ਾਂ ਨਾ ਵੇਖੋ,
ਸਾਰੀ ਰਾਤ ਉਹਨਾਂ ਨੇ ਪਹਿਰਾ ਵੀ ਦਿੱਤਾ, ਦਿਨੇ ਵੀ ਉਹ ਬਾਣੀ ਸੁਣਦੇ ਰਹੇ। ਹੁਣ ਇਹ ਨਹੀਂ ਵੀ ਮੈਂ ਜੇ ਉਹਨਾਂ ਨੂੰ ਇੱਦਾਂ ਕਵਾਂਗਾ ਸ਼ਾਇਦ ਵੀ ਪਤਾ ਨਹੀਂ ਮੈਨੂੰ ਕੋਈ ਅਹੁਦਾ ਦੇ ਦੇਣਗੇ। ਇਹ ਮੈਂ ਤਾਂ ਬੇਨਤੀ ਕਰਦਾ ਵੀ ਜਦੋਂ ਚੰਗੇ ਕੰਮ ਦੀ ਤੁਸੀਂ ਸ਼ਲਾਘਾ ਕਰਦੇ ਹੋ ਨਾ, ਉਹਨੂੰ ਵੇਖ ਕੇ ਫਿਰ ਦੂਜੇ ਪਰਿਵਾਰ ਨੂੰ ਵੀ ਪ੍ਰੇਰਨਾ ਮਿਲਦੀ ਹੈ ਵੀ ਜੇ ਉਹਨਾਂ ਨੇ ਇੱਦਾਂ ਸੇਵਾ ਕੀਤੀ, ਰਾਤ ਨੂੰ ਪੂਰਾ ਪਹਿਰਾ ਦਿੱਤਾ, ਕਿਉਂਕਿ ਇਹ ਜ਼ਰੂਰੀ ਹੈ ਸਾਨੂੰ। ਆਪਾਂ ਵੇਖੋ ਪਿੰਡਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਜੇ ਵੀ ਬੇਅਦਬੀਆਂ ਹੋ ਰਹੀਆਂ ਨੇ। ਜਦੋਂ ਪੁੱਛਦੇ ਹਾਂ